सर जी ਜਦੋਂ ਉਹਨੇ ਵਾਲ ਕਟਾਏ ਉਸ ਤੋਂ ਬਾਅਦ ਹੌਲੀ ਹੌਲੀ ਉਹਨੇ ਗੱਲ ਘਟਾਣੀ ਸ਼ੁਰੂ ਕਰਤੀ ਜੀ। ਜਦੋਂ फ़ोन करना ਬੱਚੇ ਨੇ ਗੱਲ ਕਰਨੀ, ਬੇਟੇ ਮੈਂ ਬਾਅਦ 'ਚੋਂ ਕਰਦੀ ਹਾਂ, ਮੈਂ ਕੰਮ 'ਤੇ ਹਾਂ, ਮੈਂ ਕਿਤੇ ਬਾਹਰ ਆਈ ਹਾਂ, ਮੈਂ ਕਿਤੇ ਇੱਥੇ ਹਾਂ, ਮੈਂ ਉੱਥੇ ਹਾਂ। ਅਤੇ ਬੱਚਾ ਰੋਵੇ ਜੀ। ਬੱਚੇ ਨੂੰ ਬੜੀ ਮੁਸ਼ਕਿਲ ਨਾਲ ਅਸੀਂ ਪਾਲਿਆ, ਮੇਰੀ ਮੰਮਾ ਨੇ ਬੜੀ ਮੁਸ਼ਕਿਲ ਨਾਲ ਪਾਲਿਆ। ਸਾਨੂੰ ਪਤਾ ਕਿੱਦਾਂ ਪਾਲਿਆ ਅਸੀਂ ਬੱਚਾ। ਪਾ ਕੇ ਮੈਂ ਗੱਲ ਕਰਨੀ ਆ ਮੰਮਾ ਨਾਲ, फ़ोन ਲਾਓ। ਜਦੋਂ ਸਰ ਜੀ ਮੈਂ फ़ोन ਲਾਉਣ ਲੱਗਾ ਅਤੇ ਉਦੋਂ फ़ोन ਮੇਰਾ ਬਲੌਕ ਲਿਸਟ 'ਚ ਪਾਇਆ ਸੀ। ਉਸ ਤੋਂ ਬਾਅਦ ਮੈਂ ਆਪਣੇ ਮੰਮਾ ਨਾਲ फ़ोन ਤੋਂ ਕਾਲ ਕੀਤੀ, ਉਹ ਵੀ ਬਲੌਕ ਲਿਸਟ 'ਚ ਪਾਇਆ ਸੀ। ਭਾਬੀ ਵਾਲੇ ਨੰਬਰ ਤੋਂ ਕੀਤੀ, ਉਹ ਵੀ ਬਲੌਕ ਲਿਸਟ। मैं तुहानू दस नहीं सकती मेरी हालत, मैं किसी नू की समझावां। मैं कई तो मेरा मजाक उड़ाते हैं, पर लेकिन जो मैं जानती हूँ, मेरा वाहिगुरू जानता, जो दर्द मैं हंडा रही हूँ इस बच्चे लिए। साड़ी बेटी हुण बाहर इन्होंने जिहड़ी फोटो इन्होंने जिहड़ी पाई है, एडिट करके पाई है, उहदे करके साड़ी बेटी ने उत्थे बाहर दवाई खा ली है। वो इस टाइम वो एमरजेंसी वार्ड च पई है। डॉक्टर कह रहे हैं हजे खरे बचती है कि नहीं बचती हैगी। Happy birthday to you. सत श्री अकाल जी। रोजाना स्पोक्समैन देख रहे हो तुसीं ते मैं राजविंदर सिंह। अजकल सोशल मीडिया के उत्ते ना कुछ चीज़ां जिहड़ियां ने वायरल हो रही ने लगातार। कुछ जिहड़ियां लड़कियां बाहर गईयां ने, उन्हां दे उत्ते जिहड़े इल्ज़ाम लगाए जा रहे हैं कि उन्होंने अपने जिहड़े परिवार आ सहुरा परिवार नूं धोखा दिता जां उन्हां दे जिहड़े पैसे ने लगवाए ने। अजिहा एक मसला जिहड़ा लुधियाना दे विच भी सामने आया, जिसकी जिहड़ी कुछ जिहड़ी फुटेज जां असीं कह सकते हैं भी सोशल मीडिया के उत्ते जिस नूं वायरल किया गया है। पर कुड़ी दे परिवार वालियां दा की कहना, कुड़ी दे परिवार दा कहना कि ये बिल्कुल भी सच्चाई नहीं है इस गल दे विच भी उन्होंने मुंडे वाले परिवार नूं धोखा दिता। सगों तो कहते हैं कि साडे नाल जिहड़ा धोखा किया गया है। की धोखा किया गया उन्हां नाल गलबात कर लैंदे आ। कुड़ी वाले परिवार दे असीं कोल पहुंचे अज लुधियाना दे विच, गलबात कर लैंदे कि की कारण आ, की गलबात आ। हाँ जी माता जी, पहलां तो ये दसो भी की गलबात आ, कदों कुड़ी दा विआह होया ते कदों वो विदेश गई? हाँ जी, वाहिगुरू जी का खालसा वाहिगुरू जी की फतेह। मैं ये बेनती करनी हाँ भी जदों साडी बेटी का रिश्ता होया सी, इन्हां ने यही डिमांडां धरियां सी भी तुसीं चुन्नी चढ़ा के साडे वाल कुड़ी तो तोड़ दो, असीं तुहाडे तों कोई डिमांड नहीं करांगे। इन्हां दियां डिमांडां वधदियां गईयां, रिश्ता हो गया तो डिमांडां वधदियां गईयां इन्हां दियां। इन्हां ने सानूं बहुत डिमांडां साडे ते रखियां। साडे तों कहंदे रिंग सरमणी होनी चाहिदी है, वड्डा पैलस होना चाहिदा है, ਉਹਦੇ ਵਿੱਚ ਪੰਜਾਬੀ ਢਾਬਾ ਹੋਣਾ ਚਾਹੀਦਾ ਹੈ, ਫਿਰ ਵੀ ਸੋਨੇ ਦੀਆਂ ਮਿਲਣੀਆਂ ਹੋਣੀਆਂ ਚਾਹੀਦੀਆਂ, ਲੋਹੀ ਦੀ ਮਿਲਣੀ ਨਹੀਂ ਹੋਣੀ ਚਾਹੀਦੀ, ਕੰਬਲ ਦੀ ਮਿਲਣੀ ਹੋਣੀ ਚਾਹੀਦੀ ਹੈ। ਇਹਨਾਂ ਨੇ ਜੋ ਫਿਰ ਵਿਆਹ ਵੀ ਵਧੀਆ ਅਸੀਂ ਕੀਤਾ, ਪੰਜਾਬੀ ਢਾਬਾ ਕੀਤਾ, ਸਾਰਾ ਕੁਝ ਕੀਤਾ। ਫਿਰ ਇਹਨਾਂ ਨੇ ਵਿਆਹ ਤੋਂ ਬਾਅਦ ਸਾਡੇ ਘਰੇ 10 ਦਿਨਾਂ ਬਾਅਦ ਸਾਡੇ ਘਰੇ ਪੈਸੇ ਮੰਗਣ ਵਾਸਤੇ ਆ ਗਏ। ਅਸੀਂ ਫਿਰ ਇਹਨਾਂ ਨੂੰ 2.5 ਲੱਖ ਰੁਪਈਆ ਅਸੀਂ ਦਿੱਤਾ, ਇਹਨਾਂ ਨੂੰ ਕੈਸ਼ ਦਿੱਤਾ ਸੀ ਇਹਨਾਂ ਨੂੰ ਵੀ ਚਲੋ ਸਾਡੀ ਬੇਟੀ ਬਾਹਰ ਜਾਏਗੀ, ਤੁਸੀਂ ਸਾਡੀ ਬੇਟੀ 'ਤੇ ਲਾ ਦਿਓ ਜੀ। ਤੇ ਫਿਰ ਇਹਨਾਂ ਨੇ ਉਹ ਪੈਸੇ ਲੈ ਕੇ ਮੁੱਕਰ ਗਏ ਸਾਡੇ ਤੋਂ, ਕਹਿੰਦੇ ਵੀ ਅਸੀਂ ਤੁਹਾਡੀ ਬੇਟੀ 'ਤੇ ਉਹ ਪੈਸੇ ਅਸੀਂ ਨਹੀਂ ਲਾਣੇ ਹੈਗੇ, ਸਾਡੇ ਪੈਸੇ ਲੱਗ ਗਏ ਸਾਡੇ। ਫਿਰ ਇਹਨਾਂ ਨੂੰ ਅਸੀਂ ਪੈਸੇ ਦਿੱਤੇ ਸੀ, ਸਾਡੇ ਚੈੱਕ ਸਾਡੇ ਕੋਲ ਪਏ ਆ, ਅਸੀਂ ਚੈੱਕ ਅਸੀਂ ਤੁਸੀਂ ਦੇਖੋ ਚੈੱਕ ਜਿੰਨੇ ਵੀ ਹੈਗੇ ਆ ਸਾਡੇ, ਅਸੀਂ ਜਿੰਨਾ ਵੀ ਪੈਸਾ ਸਾਡਾ ਗਿਆ, ਕੋਈ ਸਾਡਾ ਕੈਸ਼ ਗਿਆ, ਕੋਈ ਸਾਡੇ ਚੈੱਕ ਆ ਗਏ ਨੇ। ਸਾਡੀ ਬੇਟੀ ਹੁਣ ਬਾਹਰ ਇਹਨਾਂ ਨੇ ਜਿਹੜੀ ਫੋਟੋ ਇਹਨਾਂ ਨੇ ਜਿਹੜੀ ਪਾਈ ਹੈ, ਐਡਿਟ ਕਰਕੇ ਪਾਈ ਹੈ, ਉਹਦੇ ਕਰਕੇ ਸਾਡੀ ਬੇਟੀ ਨੇ ਉੱਥੇ ਬਾਹਰ ਦਵਾਈ ਖਾ ਲਈ ਹੈ। ਉਹ ਇਸ ਟਾਈਮ ਉਹ ਐਮਰਜੈਂਸੀ ਵਾਰਡ 'ਚ ਪਈ ਹੈ। ਡਾਕਟਰ ਕਹਿ ਰਹੇ ਨੇ ਹਜੇ ਖਰੇ ਬਚਦੀ ਹੈ ਕਿ ਨਹੀਂ ਬਚਦੀ ਹੈਗੀ। ਅਸੀਂ ਬੜੇ ਪਰੇਸ਼ਾਨ ਹਾਂ ਅਸੀਂ ਇਸ ਗੱਲ 'ਤੇ। ਅਸੀਂ ਇਨਸਾਫ ਚਾਹੀਦਾ ਸਾਨੂੰ, ਸਾਡੀ ਬੇਟੀ ਨਾਲ ਜੋ ਹੋ ਰਿਹਾ ਹੈ ਸਾਡੇ ਨਾਲ ਬਹੁਤ ਧੋਖਾ ਹੋ ਰਿਹਾ। ਉਹਦੀ ਸੱਸ ਨੇ ਇੱਦਾਂ ਦੇ ਹਰਕਤਾਂ ਕੀਤੀਆਂ ਨੇ, ਸਾਡੀ ਬੇਟੀ ਦੇ ਬੱਚਾ ਹੋਣ ਵਾਲਾ ਸੀ, ਉਹਨੂੰ ਬਾਲਟੀ ਚੱਕ ਕੇ ਪਾਣੀ ਦੀ ਕਹਿੰਦੀ ਸੀ ਪੌੜੀ ਚੜ੍ਹ, ਕੱਪੜੇ ਧੋ ਕੇ ਉਹਨੂੰ ਕਹਿੰਦੀ ਸੀ ਕੋਠੇ 'ਤੇ ਚੜ੍ਹ ਤੇ ਸੁੱਕਣੇ ਪਾ। ਉਹਦੇ ਹੱਥ ਵਿੱਚ ਉਹਨੂੰ ਬੁਖਾਰ, ਉਹਦੇ ਹੱਥ ਵਿੱਚ ਇਹਨੇ ਦੁੱਧ ਵੀ ਖੋਹ ਲਿਆ ਕੁੜੀ ਤੋਂ, ਕਹਿੰਦੀ ਦੁੱਧ ਨਹੀਂ ਪੀਣਾ ਹੈਗਾ ਤੂੰ ਰੋਟੀ ਨਹੀਂ ਖਾਣੀ, ਕੰਮ ਕਰ, ਤੂੰ ਸਾਡੇ ਘਰੇ ਨੌਕਰਾਣੀ ਹੈ। ਸਾਡੇ ਨਾਲ ਇੰਨੀਆਂ ਡਿਮਾਂਡਾਂ ਉਹਨੇ ਕੀਤੀਆਂ। ਤੁਸੀਂ ਇੱਕ ਗੱਲ ਦੱਸੋ ਵੀ ਕੁੜੀ ਨੇ ਜਿਹੜੀ ਆਈਲੈਟਸ ਪਹਿਲਾਂ ਕੀਤੀ ਹੋਈ ਸੀ ਜਾਂ ਵਿਆਹ ਤੋਂ ਬਾਅਦ ਆਈਲੈਟਸ ਕੀਤੀ? ਉਹਨੇ ਪਹਿਲੇ ਕੀਤੀ, ਆਈਲੈਟਸ ਕੀਤੀ ਤੇ ਉਹਦਾ ਰਿਸ਼ਤਾ ਤਾਂ ਹੋਇਆ। ਉਹਨਾਂ ਨੇ ਇਹ ਸਿਵਾ 'ਤੇ ਕੀਤਾ ਸਾਡਾ ਮੁੰਡਾ ਇੱਥੇ ਕੰਮ ਨਹੀਂ ਕਰਦਾ ਹੈਗਾ ਤੇ ਤੁਹਾਡੀ ਬੇਟੀ ਨੇ ਆਈਲੈਟਸ ਕੀਤੀ, ਸਾਡਾ ਮੁੰਡਾ ਬਾਹਰ ਨਿਕਲ ਜਾਏਗਾ। ਉਹਨਾਂ ਨੇ ਇਸੇ ਡਿਮਾਂਡ 'ਤੇ ਹੀ ਰਿਸ਼ਤਾ ਸਾਡੇ ਤੋਂ ਮੰਗਿਆ ਸੀ।
ਸਾਡੇ ਨਾਲ ਜਿਹੜੀ ਲੜਕੀ ਦੀ ਭੈਣ ਵੀ ਆ, ਉਹਨਾਂ ਤੋਂ ਜਾਣ ਲੈਂਦੇ ਆ, ਕਿਉਂਕਿ ਉਹ ਵੀ ਕੁਝ ਨਾ ਕੁਝ ਜਿਹੜੇ ਡਾਕੂਮੈਂਟ ਹੱਥ ਵਿੱਚ ਲੈ ਕੇ ਬੈਠੇ ਨੇ, ਜਿਹੜਾ ਦਿਖਾਉਣਾ ਚਾਹੁੰਦੇ ਨੇ। ਕੀ ਡਾਕੂਮੈਂਟ ਨੇ ਜੀ? ਪਹਿਲਾਂ ਤਾਂ ਡਾਕੂਮੈਂਟ ਦਿਖਾਓ ਵੀ ਡਾਕੂਮੈਂਟ ਕੀ ਨੇ ਤੇ ਇਹਨਾਂ ਬਾਰੇ ਦੱਸੋ। ਇਹ ਮੈਰਿਜ ਤੋਂ ਠੀਕ 15 ਦਿਨ ਬਾਅਦ ਜਿਹੜਾ ਹੁਣ ਅਸੀਂ ਉਹਨਾਂ ਨੂੰ 1.5 ਲੱਖ ਰੁਪਈਆ ਚੈੱਕਾਂ ਰਾਹੀਂ ਤੇ 2 ਲੱਖ ਰੁਪਈਆ ਅਸੀਂ ਕੈਸ਼ ਦਿੱਤਾ ਆ। ਇਹ ਤੁਸੀਂ ਕਾਹਦੇ ਵਾਸਤੇ ਦਿੱਤੇ ਪੈਸੇ? ਕਿਉਂ ਦਿੱਤੇ ਗਏ ਨੇ ਇਹ ਪੈਸੇ? ਪੈਸੇ ਮੇਰੇ ਪਾਪਾ ਨੇ ਤਾਂ ਦਿੱਤੇ ਸੀਗੇ ਕਿ ਜੇ ਤੁਸੀਂ ਬੇਟੀ ਨੂੰ ਬਾਹਰ ਭੇਜੋਗੇ ਤੇ ਇਹ ਮੇਰੇ ਵੱਲੋਂ ਹਿੱਸਾ ਪੈ ਜਾਊਗਾ, ਬਟ ਇਹ ਪੈਸਿਆਂ ਤੋਂ ਸਾਫ਼ ਮੁੱਕਰ ਗਏ ਕਿ ਕਹਿੰਦੇ ਅਸੀਂ ਨਹੀਂ ਬਾਹਰ ਭੇਜਣਾ, ਜੇ ਤੁਸੀਂ ਭੇਜਣਾ ਤੇ ਆਪਣੇ ਪੈਸੇ ਲਗਾ ਕੇ ਭੇਜ ਦਿਓ। ਫਿਰ 2019 ਚ ਮੇਰੇ ਪਾਪਾ ਨੇ ਸਾਰੇ ਪੈਸੇ ਅਰੇਂਜ ਕਰਕੇ, ਕੁਛ ਉਹਨਾਂ ਕੋਲ ਸੀਗੇ, ਬਾਕੀ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਕੋਲੋਂ ਫੜੇ ਕੈਸ਼ ਤੇ, ਉਹ ਫੜ ਕੇ ਸਾਰੇ ਅਸੀਂ ਦੇ ਕੇ ਤੇ ਉਹਨੂੰ ਸਿਮਰਨ ਨੂੰ 2019 ਚ ਅਸੀਂ ਬਾਹਰ ਭੇਜਿਆ। ਕਿਤੇ ਨਾ ਕਿਤੇ ਪਰ ਜਿਹੜੇ ਸਹੁਰਾ ਪਰਿਵਾਰ ਕਨੀਓ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ, ਜਾਂ ਅਸੀਂ ਸਿੱਧਾ ਕਹਿ ਦਈਏ ਵੀ ਉਹਨਾਂ ਵੱਲੋਂ, ਲੜਕੇ ਵਾਲਿਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਜਿਹੜਾ ਸਾਰਾ ਖਰਚ ਕੀਤਾ ਤੇ ਉਹ ਆਪਣੇ ਬੱਚੇ ਨੂੰ ਵੀ, ਕੁੜੀ ਜਿਹੜੀ ਇੱਥੇ ਛੱਡ ਗਈ ਹੈ ਤੇ ਹੁਣ ਉਹਨਾਂ ਦੀ ਸਾਰ ਨਹੀਂ ਲੈ ਰਹੀ। ਕਿੰਨਾ ਕੁ ਸੱਚ ਹੈ ਇਹਦੇ 'ਚ? ਇਹਦੇ 'ਚ ਕੋਈ ਸੱਚ ਨਹੀਂ ਹੈ। ਜਦੋਂ ਬੇਟੀ ਹੋਈ ਹੈ ਨਾ ਮੇਰੀ ਸਿਸਟਰ ਦੇ, ਜਿੱਦਾਂ ਹੁਣ ਅਸੀਂ ਦੋਨੋਂ ਬੇਟੀਆਂ ਆ, ਮੇਰੇ ਵੀ ਬੇਟੀ ਆ, ਮੇਰੇ ਕੋਲ ਵੀ ਉਹਦੀ ਸੱਸ ਨੇ ਉਹਨੂੰ ਜਦੋਂ ਹੀ ਤਾਨੇ ਦੇਣੇ ਸ਼ੁਰੂ ਕਰਤੇ ਕਿ ਤੇਰੀ ਮਾਂ ਦੇ ਵੀ ਕੁੜੀਆਂ, ਤੇਰੀ ਭੈਣ ਦੇ ਵੀ ਕੁੜੀਆਂ, ਕਿ ਤੇਰੇ ਵੀ ਗਾਹਾਂ ਕੁੜੀ ਹੋ ਗਈ। ਉਹ ਕੁੜੀ ਨੂੰ ਬਿਲਕੁਲ ਚੰਗਾ ਨਹੀਂ ਸੀ ਸਮਝਦੇ। ਹੁਣ ਜਿਹੜੇ ਉਸ ਨੂੰ ਨਾਲ ਗਲ ਦੇ ਲਾ ਕੇ ਬੈਠੇ ਹੋਏ ਨੇ, ਉਹਨਾਂ ਨੇ ਕਦੇ ਉਹਨੂੰ, ਕੁੜੀ ਨੂੰ ਰੋਂਦੀ ਨੂੰ ਨਹੀਂ ਸੀ ਚੱਕਿਆ ਹੈਗਾ। ਪਰ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਆ ਰਹੀ ਆ, ਉਹ ਕਹਿ ਰਹੇ ਨੇ ਕਿ ਮੁੰਡੇ ਨੂੰ ਬਾਹਰ ਨਹੀਂ ਲੈ ਕੇ ਜਾ ਰਹੇ ਜਾਂ ਆਪਣੀ ਬੇਟੀ ਨੂੰ ਨਹੀਂ ਸਾਂਭ ਰਹੇ। ਕੀ ਕਾਰਨ ਮੰਨਦੇ ਹੋ ਇਹਦੇ ਵਿੱਚ? ਹੁਣ ਤੁਸੀਂ, ਉਹਨਾਂ ਨੇ, ਮਾਤਾ ਜੀ ਨੇ ਵੀ ਦੱਸਿਆ ਵੀ ਉਹਨਾਂ ਨੇ ਦਵਾਈ ਖਾਧੀ। ਦਵਾਈ ਖਾਣ ਦਾ ਕੀ ਕਾਰਨ ਸੀਗਾ? ਕਿਉਂ ਦਵਾਈ ਕਿਉਂ ਖਾਧੀ? ਜਿਹੜਾ ਉਹਨਾਂ ਨੇ ਇਹਦੀ ਸੋਸ਼ਲ ਮੀਡੀਆ 'ਤੇ ਜਿਹੜੀਆਂ ਪੋਸਟਾਂ ਪਾਈਆਂ ਨੇ, ਉਹ ਸਭ ਦੇਖ ਕੇ ਉਹ ਡਿਪਰੈਸ਼ਨ 'ਚ ਗਈ ਆ। ਉਹ ਡਿਪਰੈਸ਼ਨ ਦੇ ਕਾਰਨ ਹੀ ਉਹ ਤੋਂ ਇਹ ਸਟੈਪ ਚੱਕਿਆ ਗਿਆ। ਉਹ ਬਦਨਾਮੀ ਤੋਂ ਡਰਦੀ ਨੇ ਉਹਨੇ ਆਹ ਸਭ ਕੁਝ ਕੀਤਾ ਆ। ਜਿਸ ਤਰ੍ਹਾਂ ਹੁਣ ਇਹਨਾਂ ਦੀ ਜਿਹੜੀ ਆ ਮੈਰਿਜ ਹੋਈ ਸੀ, ਮੈਰਿਜ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਆਈਲੈਟਸ ਜਿਹੜੀ ਆ ਪਹਿਲਾਂ ਹੀ ਕੀਤੀ ਹੋਈ ਸੀ, ਤੇ ਲੜਕਾ ਵੀ ਬਾਹਰ ਜਾਣਾ ਚਾਹੁੰਦਾ ਸੀ। ਫਿਰ ਲੜਕਾ ਜਿਹੜਾ ਬਾਹਰ ਜਾਣਾ ਚਾਹੁੰਦਾ ਸੀ, ਚਾਹੇ ਖਰਚਾ ਤੁਸੀਂ ਕੀਤਾ ਜਾਂ ਉਹਨਾਂ ਨੇ ਕੀਤਾ, ਕੀ ਲੜਕੇ ਨੂੰ ਬਾਹਰ ਨਹੀਂ ਬੁਲਾਉਣਾ ਚਾਹੀਦਾ ਸੀ ਉਹਨਾਂ ਨੂੰ, ਜਾਂ ਕਿਸ ਤਰ੍ਹਾਂ ਕਿਉਂ ਨਹੀਂ ਬੁਲਾਇਆ ਗਿਆ? ਕੀ ਕਾਰਨ? ਪਹਿਲਾਂ ਤਾਂ ਉਹਨਾਂ ਨੇ ਜਦੋਂ ਹਰਵਿੰਦਰ ਦੇ ਕਾਗਜ਼ ਮਾਰਚ 'ਚ ਲਾਉਣੇ ਸੀਗੇ, ਉਦੋਂ ਤੱਕ ਕੋਵਿਡ ਕਰਕੇ ਉਹਨਾਂ ਦੇ ਕਾਗਜ਼ ਲੱਗੇ ਨਹੀਂ। ਜਦੋਂ ਬਾਅਦ 'ਚ ਉਹਨਾਂ ਨੇ ਸਤੰਬਰ ਅਕਤੂਬਰ 'ਚ ਅਪਲਾਈ ਕੀਤਾ ਹਰਵਿੰਦਰ ਦਾ, ਉਹਨਾਂ ਨੇ ਐਪਲੀਕੇਸ਼ਨ ਹਰਵਿੰਦਰ ਨੂੰ ਭੇਜੀ। ਉਹਨੇ, ਹਰਵਿੰਦਰ ਨੇ ਸਾਫ਼ ਮਨਾ ਕਰਤਾ, ਮੈਂ ਬਾਹਰ ਨਹੀਂ ਜਾਣਾ, ਮੈਂ ਇੱਥੇ ਕੰਮ ਕਰ ਲਿਆ, ਮੇਰਾ ਕੰਮ ਇੱਥੇ ਸੈੱਟ ਆ, ਕਿ ਤੂੰ ਸਾਰੇ ਆਪਣੀ ਸਟੱਡੀ ਛੱਡ ਕੇ ਵਾਪਸ ਆ ਜਾ। ਫਿਰ ਇਹਦਾ ਹੁਣ ਹੱਲ ਕੀ ਨਿਕਲਦਾ? ਕਿਉਂਕਿ ਉਹ ਇੱਥੇ ਇਲਜ਼ਾਮ ਲਗਾ ਰਹੇ ਨੇ, ਉਹ ਕਹਿ ਰਹੇ ਨੇ ਕਿ ਜਿਹੜਾ ਵੀ ਸਾਡੇ ਮੁੰਡੇ ਨੂੰ ਨਹੀਂ ਬਾਹਰ ਲੈ ਕੇ ਜਾ ਰਹੇ, ਜਾਂ ਜਿਹੜੀ ਬੱਚੀ ਆ ਉਹ ਬੱਚੀ ਨੂੰ ਦਿਖਾ ਰਹੇ ਨੇ, ਚਾਹੇ ਸੋਸ਼ਲ ਮੀਡੀਆ ਤੇ ਪਾ ਰਹੇ ਨੇ, ਜਾਂ ਬੱਚੀ ਨੂੰ ਦਿਖਾ ਰਹੇ ਨੇ ਕਿ 3 ਸਾਲ ਦੀ ਬੱਚੀ ਜਿਹੜੀ ਆਪਣੀ ਮਾਂ ਲਈ ਤੜਫਦੀ ਪਈ ਹੈ। ਹੁਣ ਇਸ ਚੀਜ਼ ਦਾ ਕਿਸ ਤਰ੍ਹਾਂ ਹੱਲ ਨਿਕਲ ਸਕਦਾ, ਜਾਂ ਕੀ ਹੱਲ ਇਹਦਾ ਹੋ ਸਕਦਾ ਵਾ? ਜਾਂ ਤੁਸੀਂ ਕਿੱਦਾਂ ਕਹੋਗੇ ਵੀ ਉਹ ਹੁਣ ਤੁਸੀਂ ਉਹਨਾਂ ਨੂੰ ਕੋਈ ਤਲਾਕ ਦਿੱਤਾ, ਜਾਂ ਕੀ ਗੱਲਬਾਤ ਹੋਈ ਹੈ? ਭਾਜੀ ਉਹਨਾਂ ਨੇ ਹੁਣ ਕੋਈ ਆਪਸ਼ਨ ਤਾਂ ਛੱਡਿਆ ਨਹੀਂ ਡਿਵੋਰਸ ਤੋਂ ਇਲਾਵਾ। ਜਿਹੜੀ ਕੁੜੀ ਨੂੰ ਇੰਨਾ ਬਦਨਾਮ ਕੀਤਾ ਜਾ ਰਿਹਾ ਹੋਵੇ, ਉਹ ਆਪਣੇ ਹਸਬੈਂਡ ਨਾਲ ਕਿੱਦਾਂ ਅੱਖ ਮਿਲਾਊਗੀ ਤਾਂ ਕਿੱਦਾਂ ਰਹੂਗੀ? ਆਪਣੇ ਸਹੁਰੇ ਫੈਮਿਲੀ ਦੇ ਵਿੱਚ ਉਹ ਕਿੱਦਾਂ ਸਾਰਿਆਂ ਨੂੰ ਅਟੈਂਡ ਕਰੂਗੀ? ਕਿਉਂਕਿ ਅੱਜ ਕੱਲ੍ਹ ਤਾਂ ਇੱਕ ਬੰਦੇ ਨੂੰ ਗੱਲ ਪਤਾ ਲੱਗੇ, 50 ਬੰਦਿਆਂ ਨੂੰ ਉੱਦਾਂ ਹੀ ਪਤਾ ਲੱਗ ਜਾਂਦੀ ਆ। ਹੁਣ ਇਹ ਸਭ ਚੀਜ਼ਾਂ ਕਿੱਦਾਂ ਹੈਂਡਲ ਕਰੂਗੀ? ਜੇ ਆਪਾਂ ਉਹਨੂੰ ਕਹਿੰਦੇ ਆ ਕਿ ਤੂੰ ਆਪਣੀ ਫੈਮਿਲੀ ਰੱਖ, ਆਪਣਾ ਹਸਬੈਂਡ ਰੱਖ। ਪਰ ਬੇਟੀ ਉਹ ਕਹਿੰਦੀ ਹੈ ਵੀ ਬੇਟੀ ਨਹੀਂ ਮੈਂ ਛੱਡਣੀ ਹੈਗੀ, ਬੇਟੀ ਮੈਂ ਲੈਣੀ। ਅਸੀਂ ਇੱਧਰ ਲੈ ਕੇ ਆਏ ਹਾਂ। ਬੇਟੀ ਸਾਡੀ ਨੂੰ, ਸਾਡਾ ਪ੍ਰਾਹੁਣਾ ਘਰੇ ਛੱਡ ਕੇ ਗਿਆ, ਚਾਹ ਪਾਣੀ ਪੀ ਕੇ ਗਿਆ, ਬੇਟੀ ਛੱਡ ਕੇ ਗਿਆ ਸੀਗਾ। ਮੇਰੀ ਭਤੀਜੀ ਦਾ ਵਿਆਹ, ਮੈਂ ਆਪਣੀ ਬੇਟੀ ਨੂੰ, ਦੋਤੀ ਆਪਣੀ ਨੂੰ ਮੈਂ ਨਾਲ ਲੈ ਕੇ ਜਾਣਾ, ਇੱਥੇ ਛੱਡ ਕੇ ਗਿਆ। ਫਿਰ ਇਹਨਾਂ ਨੇ ਬੇਟੀ ਪੈਲਸ ਦੇ ਵਿੱਚੋਂ ਮੇਰੇ ਤੋਂ ਜ਼ਬਰਦਸਤੀ, ਉਹ ਮੁੰਡੇ ਦੇ ਪਿਓ ਨੇ, ਸਹੁਰੇ, ਸਾਡੀ ਕੁੜੀ ਦੇ ਸਹੁਰੇ ਨੇ ਜ਼ਬਰਦਸਤੀ ਵੀ ਮੇਰੇ ਤੋਂ ਬੇਟੀ ਖੋਹ ਕੇ ਲਿਆਇਆ ਉੱਥੋਂ। ਬੇਟੀ ਦੀਆਂ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਉਂਦੇ ਆ ਸਾਰੀਆਂ। ਬੇਟੀ ਮੇਰੇ ਕੋਲ ਬੜੀ ਖੁਸ਼ ਸੀ। ਕਿਹੜੇ ਸੰਨ ਦੀ ਗੱਲ ਹੈ ਜੀ? ਇਹ ਹੁਣ ਥੋੜੇ ਚਿਰ ਦੀ ਗੱਲ, ਮਾਰਚ ਦੀ ਗੱਲ ਆ। ਮਾਰਚ ਦੀ ਗੱਲ, ਇਸ ਸਾਲ ਮਾਰਚ ਦੀ ਗੱਲ? ਹਾਂਜੀ 28 ਫਰਵਰੀ ਦੀ ਮੈਰਿਜ ਸੀਗੀ। ਮੈਰਿਜ ਸੀ 27 ਫਰਵਰੀ ਨੂੰ ਬੇਟੀ ਸਾਡੇ ਨਾਲ ਗਈ ਹੈ। ਹਾਂਜੀ। ਫਿਰ ਇਹ ਜਿਹੜਾ ਰੌਲਾ ਕਦੋਂ ਪੈਣਾ ਸ਼ੁਰੂ ਹੋਇਆ? ਕਦੋਂ ਮਨ ਮੁਟਾਵ? ਇਹ ਲਾਸਟ ਈਅਰ ਤੋਂ ਹੀ ਚੱਲ ਰਿਹਾ। ਇਹਨਾਂ ਨੇ ਸਾਡੇ ਤੇ ਐਪਲੀਕੇਸ਼ਨ ਦਿੱਤੀ ਸੀ, ਜਿਹਦੇ 'ਚ ਮੇਰੀ ਇਨ-ਲॉज ਫੈਮਿਲੀ ਦਾ ਵੀ ਨਾਮ ਇਹਨਾਂ ਨੇ ਐਡ ਕੀਤਾ, ਮੇਰੇ ਹਸਬੈਂਡ ਦਾ ਵੀ, ਮੇਰਾ ਵੀ, ਮੰਮੀ ਡੈਡੀ ਦਾ ਵੀ। ਜਦ ਉਹਨਾਂ ਨੂੰ ਪਤਾ ਸੀ ਉਦੋਂ ਕੋਵਿਡ ਆ ਕਿ ਉਹ ਡਾਕੂਮੈਂਟ ਨਹੀਂ ਭੇਜ ਸਕਦੀ, ਇਹਨਾਂ ਨੇ ਸਾਡੇ ਤੇ FIR ਕੀਤੀ। ਮੇਰੇ ਪਾਪਾ ਦਾ ਲਾਸਟ ਈਅਰ ਨਾ ਸਰਜਰੀ ਹੋਈ ਹੈ, ਹਾਰਟ ਸਰਜਰੀ। ਅਸੀਂ ਤੁਹਾਨੂੰ ਉਹਨਾਂ ਦੀਆਂ ਵੀ ਫੋਟੋਆਂ ਦਿਖਾ ਸਕਦੇ ਹਾਂ, ਬਟ ਇਹਨਾਂ ਨੂੰ ਅਸੀਂ ਕਿਹਾ ਸੀਗਾ ਕਿ ਉਹਨਾਂ ਦੀ ਸਰਜਰੀ ਹੋਈ ਹੈ, ਉਹਨਾਂ ਨੂੰ 3-4 ਮਹੀਨੇ ਦਾ ਟਾਈਮ ਚਾਹੀਦਾ। ਉਹ ਇੰਡੀਆ ਆਣਗੇ, ਜੇ ਕੋਈ ਇਸ਼ੂ ਹੈਗਾ ਤੁਹਾਡੇ ਦੋਨਾਂ 'ਚ, ਹਸਬੈਂਡ ਵਾਈਫ 'ਚ, ਆਪਾਂ ਬੈਠ ਕੇ ਇੰਪਰੂਵ ਕਰਾਂਗੇ ਉਹਨੂੰ। ਬਟ ਇਹਨਾਂ ਨੇ ਚੁੱਪ ਚਪੀਤੇ ਸਾਡੇ ਤੇ ਐਪਲੀਕੇਸ਼ਨ ਦਿੱਤੀ ਹੈ, ਉਹ ਇੱਥੇ ਲੋਕਲ ਵੀ ਦਿੱਤੀ ਹੈ ਤੇ ਚੰਡੀਗੜ੍ਹ ਵੀ ਦਿੱਤੀ ਹੈ। ਮਤਲਬ ਉਹ ਕੀ ਮੰਗ ਕਰਦੇ ਨੇ? ਉਹ ਕੀ ਚਾਹੁੰਦੇ ਨੇ? ਉਹ ਕੀ ਚਾਹੁੰਦੇ ਨੇ? ਉਹ ਇਸ ਟਾਈਮ ਸਾਡੇ ਤੋਂ ਪੈਸਿਆਂ ਦੀ ਹੀ ਡਿਮਾਂਡ ਕਰਦੇ ਆ ਕਿ ਸਾਨੂੰ ਪੈਸੇ ਦੇ ਦਿਓ ਤੇ ਗੱਲ ਖਤਮ।
ਅੱਛਾ ਨਹੀਂ, ਇੱਕ ਪਹਿਲਾਂ ਤਾਂ ਹੁਣ ਇਹ ਗੱਲ ਮੈਨੂੰ ਦੱਸੋ, ਤੁਸੀਂ ਵੀ ਆਹ ਜਿਹੜੇ ਕਾਗਜ਼ ਲਗਾਈ ਬੈਠੇ ਹੋ ਵੀ ਹਾਂ ਤੁਸੀਂ ਪੈਸਾ ਖਰਚ ਕੀਤਾ, ਉਹ ਵੀ ਕਹਿੰਦੇ ਸਾਡੇ ਕੋਲ ਡਾਕੂਮੈਂਟ ਆ, ਕਹਿੰਦੇ ਅਸੀਂ ਪੈਸਾ ਖਰਚ ਕੀਤਾ, ਇਹ ਸੱਚ ਕੀ ਹੈ ਇਹਦੇ 'ਚ? ਹੁਣ ਕਿੰਨਾ ਪੈਸਾ ਜਿਹੜਾ ਲੱਗਿਆ ਵਾ ਬੱਚੀ ਦੇ ਜਾਣ ਦੇ ਵਿੱਚ, ਤੇ ਕਿਹਨੇ ਕਿਹਦੇ ਵੱਲੋਂ ਕਿੰਨਾ ਖਰਚ ਕੀਤਾ ਗਿਆ? ਇਹਦੇ ਵਿੱਚ 9 ਲੱਖ ਉਹਦੀ ਫੀਸ ਸੀਗੀ, 5.5 ਲੱਖ GIC ਸੀਗਾ, ਜਿਹਦੇ ਵਿੱਚੋਂ ਅਸੀਂ 6 ਲੱਖ ਰੁਪਇਆ ਉਹਨੂੰ ਮਤਲਬ 4 ਲੱਖ ਦਾ ਚੈੱਕ ਆ ਦੇਖੋ। ਇਹ ਤੁਹਾਡੇ ਕਿ ਨਹੀਂ ਗਿਆ ਹੋਇਆ? ਹਾਂਜੀ, ਇਹ ਮੇਰੇ ਫਾਦਰ ਤੇ ਮਦਰ ਦੇ ਜੁਆਇੰਟ ਅਕਾਊਂਟ 'ਚੋਂ ਗਿਆ। ਇਹਦੇ 'ਚੋਂ 2 ਲੱਖ ਦਾ 2 ਲੱਖ ਮੇਰੇ ਹਸਬੈਂਡ ਦੇ ਅਕਾਊਂਟ 'ਚੋਂ ਗਿਆ ਆ, ਠੀਕ ਹੈ। ਤੇ ਬਾਕੀ ਜਿਹੜਾ ਬਾਕੀ ਦਾ ਪੈਸਾ ਸੀਗਾ ਉਹ ਅਸੀਂ ਆਪਣੇ ਰਿਲੇਟਿਵਸ ਤੋਂ ਕੈਸ਼ ਫੜ ਕੇ ਇਹਨਾਂ ਨੂੰ ਕੈਸ਼ ਬਾਏ ਹੈਂਡ ਦਿੱਤਾ ਸੀਗਾ ਹਰਵਿੰਦਰ ਸਿੰਘ ਨੂੰ। ਇਹਨਾਂ ਨੇ ਹਰਵਿੰਦਰ ਸਿੰਘ ਨੇ ਆਪਣੇ ਅਕਾਊਂਟ 'ਚ ਜਮ੍ਹਾਂ ਕਰਵਾਇਆ। ਹੁਣ ਕਿਸੇ ਤਰ੍ਹਾਂ ਦੀ ਵੀ ਟਰਾਂਸਲੇਸ਼ਨ ਕਰਨਗੇ ਉਹਦੇ 'ਚ ਹਰਵਿੰਦਰ ਦਾ ਹੀ ਨਾਮ ਆਊਗਾ। ਅੱਛਾ, ਹੁਣ ਤੁਸੀਂ ਕੀ ਮੰਗ ਕਰਦੇ ਹੋ? ਜਿਸ ਤਰ੍ਹਾਂ ਹੁਣ ਹੁਣ ਬਾਰ-ਬਾਰ ਜਿਹੜੀ ਉਹਨਾਂ ਵੱਲੋਂ ਡਿਮਾਂਡ ਕੀਤੀ ਜਾਂਦੀ ਹੈ ਕਿ ਜਿਹੜਾ ਵਾ ਕੋਈ ਬੱਚੀ ਨੂੰ ਜਾਂ ਕੁੜੀ ਨੂੰ ਜਿਹੜਾ ਡਿਪੋਰਟ ਕੀਤਾ ਜਾਵੇ, ਵੀ ਹਾਂ ਕੁੜੀ ਆਪਣੇ ਜਿਹੜਾ ਸਹੁਰਾ ਪਰਿਵਾਰ ਨੂੰ ਧੋਖਾ ਦੇ ਕੇ ਗਈ ਜਾਂ ਆਪਣੇ ਘਰ ਵਾਲੇ ਨੂੰ ਧੋਖਾ ਦੇ ਗਈ ਹੈ। ਹੁਣ ਉਹਨਾਂ ਦੀ ਮੰਗ ਆ ਕਿ ਜਿਹੜੀ ਕੁੜੀ ਆ ਉਹਨੂੰ ਡਿਪੋਰਟ ਕੀਤਾ ਜਾਵੇ, ਇੰਡੀਆ ਭੇਜਿਆ ਜਾਵੇ, ਜਾਂ ਉਹ ਕਹਿੰਦੇ ਨੇ ਵੀ ਜਿਹੜੀ ਬੱਚੀ ਆ ਬੱਚੀ ਦੇ ਨਾਲ ਵੀ ਲਗਾਵ ਨਹੀਂ, ਤੁਸੀਂ ਕਹਿੰਦੇ ਹੋ ਕਿ ਉਹ ਬੱਚੀ ਨੂੰ ਲੈ ਕੇ ਜਾਣਾ ਚਾਹੁੰਦੀ ਹੈ, ਕਿ ਇਹਦਾ ਹੱਲ ਕਿਸ ਤਰ੍ਹਾਂ ਨਿਕਲ ਸਕਦਾ? ਕਿ ਦੋਨੇ ਜਿਹੜੇ ਪਰਿਵਾਰ ਆ ਮੁੜ ਤੋਂ ਨਹੀਂ ਇਕੱਠੇ ਹੋ ਸਕਦੇ ਜਾਂ ਕੋਈ ਇਹੋ ਜਿਹਾ ਹੱਲ ਨਹੀਂ ਨਿਕਲ ਸਕਦਾ? ਦੇਖੋ ਮੈਂ ਤੁਹਾਨੂੰ ਦਿਖਾਉਂਦੀ ਹਾਂ। ਇਹ ਕਹਿੰਦੇ ਆ ਬੱਚੀ ਨਾਲ ਲਗਾਵ ਨਹੀਂ ਹੈ। ਬੱਚੀ ਦਾ ਜਦੋਂ ਬਰਥਡੇ ਸੀਗਾ 5 ਜਨਵਰੀ ਨੂੰ, ਉਹਨੇ ਇਹਨਾਂ ਨੂੰ ਕਾਲ ਕੀਤੀਆਂ, ਬਟ ਇਹਨਾਂ ਨੇ ਕੋਈ ਉਹਦੀ ਕਾਲ ਨਹੀਂ ਉਠਾਈ ਹੈਗੀ। ਬੇਟੀ ਨੇ ਉੱਥੇ ਖੁਦ ਬਰਥਡੇ ਬੇਟੀ ਆਪਣੀ ਦਾ ਮਨਾਇਆ, ਨਾਲੇ ਰੋ ਕੇ। ਜੀ ਬਿਲਕੁਲ, ਕਿਤੇ ਨਾ ਕਿਤੇ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸਵਾਲ ਵੱਡੇ ਨੇ। ਹੁਣ ਦੋਨੇ ਪਰਿਵਾਰ ਜਿਹੜੇ ਨੇ ਇੱਕ ਦੂਸਰੇ ਉੱਪਰ ਜਿਹੜੇ ਨੇ ਇਲਜ਼ਾਮ ਲਗਾ ਰਹੇ ਨੇ। ਹੁਣ ਇਲਜ਼ਾਮ ਚਾਹੇ ਕੁਝ ਵੀ ਨੇ, ਪਰ ਕਿਤੇ ਨਾ ਕਿਤੇ ਕਿ ਜਿਹੜੀ ਵੱਡੀ ਗੱਲ ਕਹੀ ਜਾ ਰਹੀ ਹੈ ਕਿ ਕੁੜੀ ਨੇ ਬਾਹਰ ਜਦੋਂ ਪੋਸਟ ਵਾਇਰਲ ਹੋਈ ਉਸ ਤੋਂ ਬਾਅਦ ਕੁਝ ਨਾ ਕੁਝ ਖਾ ਲਿਆ, ਤੇ ਜਿਸ ਤੋਂ ਬਾਅਦ ਉਹ ਜਿਹੜੀ ਉਹਦੀ ਹਾਲਤ ਜਿਹੜੀ ਹੈ ਕ੍ਰਿਟੀਕਲ ਹੈ। ਅਸੀਂ ਇੱਕ ਵਾਰੀ ਫੇਰ ਗੱਲਬਾਤ ਕਰ ਲੈਂਦੇ ਹਾਂ। ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਕਿੱਦਾਂ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦਾ ਜਿਹੜਾ ਰਾਜ਼ੀਨਾਮਾ ਹੋਵੇ, ਜਾਂ ਅਸੀਂ ਤਾਂ ਇਹੀ ਕਹਾਂਗੇ ਜੇ ਪਰਿਵਾਰ ਤੁਸੀਂ ਵਿਆਹ ਕੀਤਾ ਤਾਂ ਇਕੱਠਾ ਵਸੇ? ਅਸੀਂ ਕਹਿੰਦੇ ਆ ਕਿ ਸਾਡੀ ਜਿਹੜੀ ਦੋਤੀ ਆ ਉਹ ਸਾਨੂੰ ਦਿੱਤੀ ਜਾਵੇ, ਤੇ ਅਸੀਂ ਮੁੰਡਿਆਂ ਵਾਲਿਆਂ ਨਾਲ ਕੋਈ ਰਿਲੇਸ਼ਨ ਨਹੀਂ ਰੱਖਣਾ। ਤੁਸੀਂ ਮਾਤਾ ਜੀ ਕੀ ਕਹਿੰਦੇ? ਹਾਂਜੀ, ਅਸੀਂ ਵੀ ਇਹੀ ਕਹਿੰਦੇ ਆ ਵੀ ਅਸੀਂ ਆਪਣੀ ਦੋਤੀ ਲੈਣੀ ਚਾਹੁੰਦੇ ਆ। ਬੇਟੀ ਮੇਰੀ ਕਹਿੰਦੀ ਮੈਂ ਆਪਣੀ ਬੇਟੀ ਨਹੀਂ ਛੱਡਣੀ ਹੈਗੀ, ਬੇਟੀ ਮੈਂ ਆਪਣੀ ਲੈਣੀ। ਮੈਂ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਹੈਗਾ। ਹਾਂਜੀ, ਮੇਰੇ ਨਾਲ ਬਹੁਤ ਕੁਝ ਹੋ ਗਿਆ। ਮੈਂ ਇਹਨਾਂ ਵੀ ਇੰਨਾ ਕੁਝ ਹੋਇਆ, ਮੈਂ ਹੁਣ ਬਰਦਾਸ਼ਤ ਨਹੀਂ ਕਰ ਸਕਦੀ ਹੈਗੀ। ਉਹਦੇ ਪਾਪਾ ਦੇ ਮੂੰਹ ਤੇ ਇਹਨੇ ਪ੍ਰਾਹੁਣੇ ਸਾਡੇ ਨੇ ਇੰਨੀ ਗਾਲ ਕੱਢੀ, ਗੰਦੀਆਂ ਗਾਲਾਂ ਕੱਢੀਆਂ ਨੇ, ਬਹੁਤ ਕੁਝ ਉਹਨੇ ਬੋਲਿਆ। ਅਸੀਂ ਹੁਣ ਉਹ ਬਰਦਾਸ਼ਤ ਨਹੀਂ ਕਰ ਸਕਦੇ ਹੈਗੇ ਅਸੀਂ। ਹਾਂਜੀ ਭਾਜੀ, ਕਦੋਂ ਤੁਹਾਡੀ ਬੇਟੀ ਹੋਈ ਤੇ ਕਦੋਂ ਉਹ ਜਿਹੜੀ ਹੈ ਤੁਹਾਡੀ ਵਾਈਫ ਜਿਹੜੀ ਹੈ ਬਾਹਰ ਗਈ ਉਹਦੇ ਬਾਰੇ? ਹਾਂਜੀ ਭਾਜੀ, 5/1/18 'ਚ ਮੇਰੇ ਬੇਬੀ ਹੋਇਆ, ਸਰਗੁਣ ਕੌਰ ਜੀ ਦਾ ਨਾਮ ਹੈ। ਤੇ ਉਸ ਤੋਂ ਬਾਅਦ ਫਿਰ ਸਾਡੀ ਲਾਈਫ ਵਧੀਆ ਚੱਲਣ ਲੱਗ ਪਈ ਆ। ਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਹੀ ਮੇਰੀ ਘਰ ਵਾਲੀ ਮੈਨੂੰ ਕਹਿਣ ਲੱਗ ਪਈ ਕਿ ਮੈਂ ਬਾਹਰ ਜਾਣਾ, ਮੇਰਾ ਸੁਪਨਾ ਬਾਹਰ ਜਾਣ ਦਾ ਜੀ। ਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਅਜੇ ਆਪਣੇ ਕੋਲ ਇੰਨੇ ਅਜੇ ਹੈ ਨਹੀਂ ਗਾ ਪੈਸੇ ਦਾ, ਕਿਉਂਕਿ ਪੈਸੇ ਦਾ ਜਿਹੜਾ ਵਿਆਹ ਦਾ ਖਰਚਾ ਵੀ ਸਾਡੇ ਵੱਲੋਂ ਹੋਇਆ ਸੀਗਾ। ਤੇ ਹਜੇ ਮਾਲੀ ਹਾਲਤ ਆਪਣੀ ਠੀਕ ਨਹੀਂ ਹੈਗੀ ਕਿ ਥੋੜ੍ਹੀ ਦੇਰ ਰੁਕ ਕੇ ਕਰਦੇ ਹਾਂ। ਜੇ ਮਨ ਹੋਗਾ ਆਪਾਂ ਸਲਾਹ ਕਰ ਲੈਂਦੇ ਬੈਠ ਕੇ। ਮੈਂ ਆਪਣੇ ਇੱਧਰ ਮੰਮੀ ਡੈਡੀ ਨਾਲ ਵੀ ਗੱਲ ਕਰ ਲਾਂਗਾ ਕਿ ਆਪਾਂ ਫਿਰ ਜਿੱਦਾਂ ਹੋਇਆ ਆਪਾਂ ਕਰਦੇ ਹਾਂ। ਤੇ ਮੈਂ ਜਦੋਂ ਆਪਣੇ ਸਹੁਰੇ ਘਰੇ ਜਾਣਾ, ਉਹਨਾਂ ਨੇ ਵੀ ਮੇਰੇ ਪਾਪਾ ਜੀ ਨੇ ਕਹਿਣਾ ਕਿ ਬੇਟੇ ਬਾਹਰ ਦਾ ਬਣਾਓ ਉਹਨਾਂ ਦਾ, ਕਿ ਬੱਚੇ ਦਾ ਡਰੀਮ ਹੈ, ਬੱਚੇ ਦਾ ਭਵਿੱਖ ਵਧੀਆ ਨਿਕਲੇਗਾ, ਕਿ ਉੱਥੇ ਸਕੂਲਿੰਗ ਵਧੀਆ ਹੋਏਗੀ। ਤੇ ਚਲੋ ਮੈਂ ਆਪਣੇ ਘਰੇ ਵੀ ਗੱਲ ਕੀਤੀ। ਫਿਰ ਉਸ ਦਿਨ ਥੋੜ੍ਹੇ ਦਿਨਾਂ ਬਾਅਦ ਮੈਂ ਘਰੇ ਗੱਲ ਕੀਤੀ, ਥੋੜ੍ਹੀ ਬਹੁਤ ਫਿਰ ਮੈਂ ਪੇਮੈਂਟ ਇਕੱਠੀ ਕੀਤੀ, ਕਿਉਂਕਿ ਸਾਡੀ ਆਪਣੀ ਇੱਕ ਮੈਡੀਕਲ ਸ਼ੋਪ ਹੈ ਜੀ, ਤੇ ਸਾਡਾ ਇੱਕ ਹੀ ਸਾਧਨ ਹੈ ਦੁਕਾਨ ਦਾ। ਤੇ ਥੋੜ੍ਹੇ ਬਹੁਤ ਪੈਸੇ ਮੈਂ ਜੋੜੇ। ਫਿਰ ਉਹਨਾਂ ਨੂੰ ਮੈਂ ਕਿਹਾ ਕਿ ਚਲੋ ਹੁਣ ਆਪਾਂ ਥੋੜ੍ਹਾ ਜਿਹਾ ਫਾਈਲ ਲਾਉਣ ਦੇ ਆਪਾਂ ਯੋਗ ਹੈਗੇ ਹਾਂ। ਤੇ ਫਾਈਲ ਲਾਉਣੇ ਦੇ ਮੇਰੇ ਫਾਦਰ ਸਾਹਿਬ ਦੇ ਲਿੰਕ 'ਚ ਸੀਗੇ, ਆਪਣੇ ਗੌਰਵ ਭਾਜੀ ਨੇ ਏਜੰਟ ਪਟਾਲੇ ਤੋਂ। ਤੇ ਉਹਨਾਂ ਨਾਲ ਫਿਰ ਗੱਲ ਕੀਤੀ ਉਹਨਾਂ ਨੇ, ਤੇ ਫਿਰ ਮੈਂ ਸਾਰੇ ਡਾਕੂਮੈਂਟ ਆਪਣੇ ਤੇ ਬੇਬੀ ਦੇ ਉਹਨਾਂ ਨੂੰ ਦਿੱਤੇ। ਤੇ ਥੋੜ੍ਹੇ ਦੇਰ ਬਾਅਦ ਹੀ ਜਦੋਂ ਫਾਈਲ ਲਾਣੀ ਸ਼ੁਰੂ ਕੀਤੀ, ਤੇ ਸਤੰਬਰ ਦੇ ਵਿੱਚ 2019 ਦੇ ਵਿੱਚ ਸਤੰਬਰ 'ਚ ਮੈਂ ਫਾਈਲ ਦੇ ਕਾਗਜ਼ ਸਾਰੇ ਦੇ ਦਿੱਤੇ ਸੀ ਉਹਨਾਂ ਨੂੰ। ਤੇ ਥੋੜ੍ਹੇ ਦੇਰ ਬਾਅਦ ਦਸੰਬਰ ਦੇ ਵਿੱਚ ਪਹਿਲੇ ਹਫਤੇ ਵੀਜ਼ਾ ਆ ਗਿਆ ਸੀ ਮੇਰੀ ਘਰਵਾਲੀ ਦਾ। ਤੇ ਉਸ ਤੋਂ ਬਾਅਦ ਜਦੋਂ ਤਿਆਰੀ ਤੁਸੀਂ ਸਭ ਕੀਤੀਆਂ, ਸ਼ੋਪਿੰਗ ਵਗੈਰਾ ਕੀਤੀ, ਸਾਰਾ ਕੁਝ ਕੀਤਾ, ਅਸੀਂ ਬੜੇ ਹੀ ਖੁਸ਼ੀ ਨਾਲ ਤੋਰੀ ਆਪਣੀ ਘਰਵਾਲੀ ਮੈਂ ਤੋਰੀ ਆ, ਮੇਰੇ ਫੈਮਿਲੀ ਤੋਰੀ ਆ। ਤੇ ਉਹਨਾਂ ਨੂੰ ਛੱਡਣ ਮੇਰੀ ਮੰਮਾ ਤੇ ਮੇਰੀ ਕਜ਼ਨ ਗਏ ਸੀਗੇ ਤੇ ਇਹ ਦਿੱਲੀ ਏਅਰਪੋਰਟ 'ਤੇ। ਉਸ ਤੋਂ ਬਾਅਦ ਜਦੋਂ ਬਾਹਰ ਪਹੁੰਚੇ ਤੇ ਉਦੋਂ ਫੋਨ ਆਇਆ, ਤੇ ਦਿਨ ਰਾਤ ਗੱਲ ਕਰਦੇ ਸਾਡੇ ਨਾਲ। ਮੇਰੇ ਬੱਚੇ ਨਾਲ ਬਹੁਤ ਦੇ ਗੱਲ ਕਰਦੇ, ਸਵੇਰੇ 10 ਵਜੇ ਰਾਤ 10 ਵਜੇ ਫੋਨ ਆਉਣਾ, ਤੇ ਬੱਚੇ ਨੂੰ ਪਤਾ ਲੱਗ ਜਾਣਾ ਕਿ ਮੰਮਾ ਦਾ ਫੋਨ ਆਇਆ ਪਾਪਾ, ਕਿ ਫੋਨ ਚੱਕੋ ਗੱਲ ਕਰੋ। ਤੇ ਥੋੜ੍ਹੇ ਦਿਨਾਂ ਬਾਅਦ ਹੀ ਫਿਰ ਜਦੋਂ ਪਹਿਲਾਂ ਲੋਕਡਾਊਨ ਲੱਗਾ ਜੀ, ਉਦੋਂ ਮੈਂ ਫਿਰ ਆਪਣੇ ਘਰ ਵਾਲੇ ਨੂੰ ਕਿਹਾ ਕਿ ਹੁਣ ਬੱਚੇ ਆਪਣਾ ਹੈਗਾ ਆ ਥੋੜ੍ਹਾ ਵੱਡਾ ਹੋ ਰਿਹਾ, ਤੇ ਆਪਾਂ ਕਿਉਂ ਨਾ ਫਾਈਲ ਲਾਉਂਦੇ। ਹੁਣ ਆਪਣੇ 3 ਮਹੀਨੇ ਹੋ ਗਏ ਆ। ਤੇ ਮੇਰੀ ਘਰ ਵਾਲੀ ਦਾ ਜਵਾਬ ਸੀਗਾ ਕਿ ਹਜੇ ਨਹੀਂ ਲਾਣੀ, ਮੈਂ ਤੰਗ ਆ ਹਜੇ। ਜਦ ਕਿ ਮੈਂ ਸਰ 5 ਲੱਖ GIC 9 ਲੱਖ ਫੀਸ ਮੈਂ ਆਪਣੇ ਅਕਾਊਂਟ 'ਚੋਂ ਟ੍ਰਾਂਸਫਰ ਕੀਤੀ ਆ, ਆਪਣੇ ਹੱਥੀਂ ਕੀਤੀ ਆ।
ਤੇ ਉਹ ਕਹਿੰਦੀ ਜਦੋਂ ਉਹਨੇ ਕਿਹਾ ਕਿ ਮੈਂ ਤੰਗ ਆ, ਮੈਂ ਕਿਹਾ 5 ਲੱਖ ਤੁਹਾਡੇ ਅਕਾਊਂਟ 'ਚ GIC ਹੈਗਾ ਆ, 1 ਸਾਲ ਦੀ ਸਟੱਡੀ ਸੀਗੀ, ਤਾਂ ਤੰਗੀ ਕਿਸ ਗੱਲ ਦੀ ਹੈ? ਤੇ ਉਹਨਾਂ ਨੇ ਕਿਹਾ ਹਜੇ ਮੈਨੂੰ ਨਹੀਂ ਪਤਾ, ਪਾਪਾ ਨਾਲ ਗੱਲ ਕਰੋ ਜੀ। ਮੈਂ ਫਿਰ ਸੋਹਰਾ ਸਾਹਿਬ ਨੂੰ ਫੋਨ ਕੀਤਾ ਤੇ ਸੋਹਰਾ ਸਾਹਿਬ ਕਹਿੰਦੇ ਕੁੜੀ ਹਜੇ ਤੰਗ ਆ ਬੇਟੇ, ਹਜੇ ਆਪਾਂ ਰੋਕ ਕੇ ਫਾਈਲ ਲੈਣੀ ਹੈ ਜੀ। ਚਲੋ ਮੇਰੇ ਮਨ 'ਚ ਉਦੋਂ ਕੁਝ ਨਹੀਂ ਹੋਇਆ ਇੱਦਾਂ ਦਾ। ਥੋੜ੍ਹੇ ਦਿਨਾਂ ਬਾਅਦ ਫਿਰ ਮੇਰਾ ਮਨ ਕੀਤਾ, ਮੈਂ ਏਜੰਟ ਨਾਲ ਗੱਲ ਕੀਤੀ ਹੈ ਜੀ, ਤੇ ਏਜੰਟ ਕਹਿੰਦੇ ਤੇ ਸਾਡੇ ਵੱਲੋਂ ਤਾਂ ਕੋਈ ਦਿੱਕਤ ਨਹੀਂ ਹੈ ਇੱਦਾਂ ਦੀ ਕਿ ਤੇਰੀ ਘਰ ਵਾਲੀ ਕੋਲ 5 ਲੱਖ GIC ਹੈਗਾ, ਤਾਂ ਪੇਪਰ ਮੰਗਾਓ ਤੇ ਮੈਂ ਫਾਈਲ ਤਿਆਰ ਕਰਦਾ ਆ, ਤੁਹਾਡਾ ਹਫਤੇ ਦੇ ਵਿੱਚ ਵੀਜ਼ਾ ਆ ਜਾਏਗਾ। ਲੋਕਡਾਊਨ ਹੈਗਾ ਆ, ਟੂਰਿਸਟ ਵੀਜ਼ੇ ਲਈ ਆ, ਜਿਹੜਾ ਸਪੋਜ਼ ਕੇਸ ਉਹ ਲੱਗਦੇ ਪਏ ਨੇ। ਚਲੋ ਜੀ ਮੈਂ ਗੱਲ ਕੀਤੀ ਤੇ ਮੁੜ ਕੇ ਉਹਨਾਂ ਨੇ ਪੇਪਰ ਨਹੀਂ ਭੇਜੇ ਜੀ। ਮੈਨੂੰ ਬਹੁਤ ਹੋਇਆ, ਸ਼ੌਕ ਹੋਇਆ, ਬੱਚਾ ਰੋਵੇ। ਉਹ ਮਾਂ ਨਾਲ ਗੱਲ ਕਰਦਾ ਸੀਗਾ ਤੇ ਰੋਂਦਾ ਸੀ, ਕਹਿੰਦਾ ਮੰਮਾ ਮੈਨੂੰ ਲੈ ਜਾਓ, ਤੇ ਮੰਮਾ ਕਹਿੰਦੇ ਚਲੋ ਲੈ ਜਾਵਾਂਗੇ। ਨੇ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ, ਕਿਉਂਕਿ ਮੇਰੇ ਘਰ ਵਾਲੀ ਨੇ ਪਹਿਲਾਂ ਨਾ ਕੇਸ ਕੀਤੀ ਸੀ, ਜਿੱਦਾਂ ਮੇਰੇ ਮੰਮਾ ਨੇ ਕੇਸ ਹੀ ਕੀਤੀ ਸੀਗੀ, ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਜਾ ਕੇ ਵਾਲ ਕੱਟ ਕਰਤੇ ਜੀ। ਇੱਕ ਦਿਨ ਰਾਤ ਨੂੰ ਸਡਨਲੀ ਮੈਂ ਗੱਲ ਕਰਦਾ ਪਿਆ ਸੀ, ਮੈਨੂੰ ਇੱਦਾਂ ਲੱਗਿਆ ਕਿ ਉਹਨੇ ਵਾਲ ਕੱਟੇ ਆ, ਤੇ ਮੈਂ ਕਿਹਾ ਸਿਮਰਨ ਮਾੜਾ ਫੇਸ ਕਰੀਏ ਸਾਹਮਣੇ, ਮੈਨੂੰ ਲੱਗਦਾ ਵਾਲ ਕੱਟੇ ਨੇ। ਕਹਿੰਦੇ ਨਹੀਂ ਵਾਲ ਨਹੀਂ ਕੱਟੇ ਹੈਗੇ। ਤੇ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਉਹਨਾਂ ਦੇ ਹੱਥੋਂ ਵਾਲ ਤੇ ਸਾਰੇ ਕੱਟੇ ਹੋਏ ਸੀਗੇ ਜੀ, ਮੈਨੂੰ ਬੜਾ ਸ਼ੌਕ ਹੋਇਆ। ਮੈਂ ਕਿਹਾ ਇਹਦਾ ਗੱਲ ਗਲਤ ਕੀਤੀ, ਆਪਣੇ ਬੱਚਾ ਇੱਕ ਗੁੜੀਆ ਆ, ਤੇ ਜੇ ਤੁਸੀਂ ਇੱਦਾਂ ਕਰੋਗੇ ਤਾਂ ਬੱਚੇ 'ਤੇ ਕੀ ਪ੍ਰਭਾਵ ਪਊਗਾ। ਤੇ ਉਸ ਤੋਂ ਬਾਅਦ ਜਦੋਂ ਮੈਂ ਇੰਨੀ ਗੱਲ ਕਹੀ ਕਿ ਤੂੰ ਗਲਤ ਕਿੱਦਾਂ, ਕਹਿੰਦੇ ਮੇਰੇ ਪਾਪਾ ਜੀ ਨੇ ਕਿਹਾ ਹੈ ਕਿ ਵਾਲ ਕਟਾ ਲਓ। ਤੇ ਮੈਨੂੰ ਇਹ ਸੁਣ ਕੇ ਬੜਾ ਹੀ ਸ਼ੌਕ ਲੱਗਾ। ਤੇ ਉਸ ਟਾਈਮ ਰਾਤ ਦਾ ਟਾਈਮ ਸੀ ਇੱਥੇ, ਤੇ ਮੈਂ ਫਿਰ ਰਾਤੀ ਮੈਂ ਆਪਣੇ ਘਰਦਿਆਂ ਨੂੰ ਦੱਸਿਆ। ਮੈਂ ਇੱਦਾਂ ਹੀ ਟੈਨਸ਼ਨ ਮੈਨੂੰ ਬਹੁਤ ਹੋ ਗਈ ਕਿ ਕੁੜੀ ਨੇ ਗਲਤ ਕੀਤਾ, ਘਰ ਵਾਲੇ ਨੇ ਗਲਤ ਕੀਤਾ। ਤੇ ਉਸ ਤੋਂ ਬਾਅਦ ਸਵੇਰੇ ਮੈਂ ਫਿਰ ਘਰ ਨੂੰ ਦੱਸਿਆ ਕਿ ਸਿਮਰਨ ਨੇ ਇੱਦਾਂ ਕੀਤਾ, ਵਾਲ ਕਟਾ ਲਏ ਆ ਜੀ। ਉਹ ਕਹਿੰਦੇ ਚਲੋ ਕੋਈ ਨਹੀਂ, ਉੱਥੇ ਦਾ ਪਹਿਰਾਵਾ ਇੱਦਾਂ, ਤੇ ਇੱਦਾਂ ਦਾ ਕੋਈ ਚੱਕਰ ਨਹੀਂ। ਮੈਂ ਚਲੋ ਕੋਈ ਗੱਲ ਨਹੀਂ ਕੀਤੀ। ਰਿਸ਼ਤਿਆਂ 'ਚ ਖਟਾਸ ਕਦੋਂ ਆਈ, ਕਦੋਂ ਤੁਹਾਨੂੰ ਪਤਾ ਲੱਗਿਆ ਵੀ ਕੋਈ ਗੱਲਬਾਤ ਦਾ? ਸਰ ਜੀ ਜਦੋਂ ਉਹਨੇ ਵਾਲ ਕਟਾਏ ਉਸ ਤੋਂ ਬਾਅਦ ਹੌਲੀ ਹੌਲੀ ਉਹਨੇ ਗੱਲ ਘਟਾਉਣੀ ਸ਼ੁਰੂ ਕਰਤੀ ਜੀ। ਜਦੋਂ ਫੋਨ ਕਰਨਾ, ਬੱਚੇ ਨੇ ਗੱਲ ਕਰਨੀ, ਬੇਟੇ ਮੈਂ ਬਾਅਦ 'ਚੋਂ ਕਰਦੀ ਹਾਂ, ਮੈਂ ਕੰਮ 'ਤੇ ਹਾਂ, ਮੈਂ ਕਿਤੇ ਬਾਹਰ ਆਈ ਹਾਂ, ਮੈਂ ਕਿਤੇ ਇੱਥੇ ਹਾਂ, ਮੈਂ ਉੱਥੇ ਹਾਂ। ਤੇ ਬੱਚਾ ਰੋਵੇ ਜੀ। ਬੱਚੇ ਨੂੰ ਬੜੀ ਮੁਸ਼ਕਿਲ ਨਾਲ ਅਸੀਂ ਪਾਲਿਆ, ਮੇਰੀ ਮੰਮਾ ਨੇ ਬੜੀ ਮੁਸ਼ਕਿਲ ਨਾਲ ਪਾਲਿਆ, ਸਾਨੂੰ ਪਤਾ ਕਿੱਦਾਂ ਪਾਲਿਆ ਸੀ ਬੱਚਾ। ਤੇ ਹੌਲੀ ਹੌਲੀ ਇਹਨੇ ਗੱਲ ਘਟਾਉਣੀ ਘੱਟ ਕਰਤੀ ਜੀ। ਇੱਕ ਦਿਨ ਤਾਂ ਜਦੋਂ ਰਾਤ ਨੂੰ ਮੈਂ ਗੱਲ ਕੀਤੀ, ਤੇ ਰਾਤ ਨੂੰ ਅਤੇ 10 ਵਜੇ ਸੀਗੇ, ਤੇ ਬੱਚਾ ਰੋ ਰਿਹਾ ਸੀਗਾ, ਤੇ ਉਹ ਗੱਲ ਕਰਨੇ ਕਹਿੰਦਾ ਸੀ ਮੈਂ ਆਪਣੀ ਮਾਂ ਨਾਲ ਗੱਲ ਕਰਨੀ ਹੈ ਜੀ। ਮੈਂ ਫੋਨ ਲਾਇਆ ਆਪਣੀ ਘਰ ਵਾਲੀ ਨੂੰ, ਤੇ ਉਦੋਂ ਉਹਦੇ ਕਮਰੇ 'ਚ ਲਾਈਟ ਨਹੀਂ ਚੱਲਦੀ ਪਈ ਸੀਗੀ। ਤੇ ਮੇਰੀ ਬੇਟੀ ਕਹਿੰਦੀ ਮੰਮਾ ਲਾਈਟ ਚਲਾਓ ਕਮਰੇ ਦੀ, ਤੇ ਕਹਿੰਦੀ ਬੇਟੇ ਮੈਂ ਲਾਈਟ ਨਹੀਂ ਚਲਾ ਸਕਦੀ। ਤੇ ਮੈਂ ਕਿਹਾ ਸਿਮਰਨ ਲਾਈਟ ਚਲਾ ਲਓ, ਕਿ ਬੱਚੇ ਨੇ ਤੁਹਾਨੂੰ ਕਿਸ ਕਰਨੀ ਹੈ, ਕਹਿੰਦੇ ਮੈਂ ਗੁੱਡ ਨਾਈਟ ਕਰਨੀ ਹੈ ਤੇ ਮੈਂ ਤਾਂ ਸੋਣਾ। ਕਹਿੰਦੇ ਮੈਂ ਲਾਈਟ ਨਹੀਂ ਚਲਾ ਸਕਦੀ। ਉਹਨੇ ਨਾਲ ਹੀ ਫੋਨ ਕੱਟ ਕਰਤਾ ਜੀ। ਚਲੋ ਮੈਂ ਬੱਚੇ ਨੂੰ ਸਵਾਇਆ, ਬੜੀ ਮੁਸ਼ਕਿਲ ਮੈਂ ਰਾਤ ਕੱਟੀ ਅਸੀਂ। ਸਵੇਰੇ ਜਦੋਂ ਮੈਂ ਫਿਰ ਕਾਲ ਕਰਨ ਲੱਗਾ 10 ਵਜੇ ਕਿ ਮੰਮਾ ਪਾਪਾ ਕਿ ਮੈਂ ਗੱਲ ਕਰਨੀ ਹੈ ਮੰਮਾ ਨਾਲ, ਫੋਨ ਲਾਓ। ਜਦੋਂ ਸਰ ਜੀ ਮੈਂ ਫੋਨ ਲਾਉਣ ਲੱਗਾ, ਤੇ ਉਦੋਂ ਫੋਨ ਮੇਰਾ ਬਲੌਕ ਲਿਸਟ 'ਚ ਪਾਇਆ ਸੀ। ਉਸ ਤੋਂ ਬਾਅਦ ਮੈਂ ਆਪਣੇ ਮੰਮਾ ਨਾਲ ਫੋਨ ਤੋਂ ਕਾਲ ਕੀਤੀ, ਉਹ ਵੀ ਬਲੌਕ ਲਿਸਟ ਪਾਇਆ ਸੀ। ਭਾਬੀ ਵਾਲੇ ਨੰਬਰ ਤੋਂ ਕੀਤੀ, ਉਹ ਵੀ ਬਲੌਕ ਲਿਸਟ। ਸੋਹਰਾ ਸਾਹਿਬ ਨਾਲ ਗੱਲਬਾਤ ਹੋਈ ਤੁਹਾਡੀ, ਉਹਨਾਂ ਦਾ ਕੀ ਕਹਿਣਾ ਸੀਗਾ? ਉਸ ਤੋਂ ਬਾਅਦ ਸਰ ਕਦੀ ਗੱਲ ਨਹੀਂ ਉਹਨਾਂ ਨਾਲ, ਸੋਹਰਾ ਸਾਹਿਬ ਨੇ ਗੱਲ ਹੀ ਨਹੀਂ ਕੀਤੀ। ਉਹਨਾਂ ਨੇ ਵੀ ਨੰਬਰ ਸਾਰੇ ਬਲੌਕ ਪਾਏ। ਉਹਨਾਂ ਨੇ ਆਈਲੈਟਸ ਪਹਿਲਾਂ ਕੀਤੀ ਸੀ ਜਾਂ ਬਾਅਦ ਕੀਤੀ ਵਿਆਹ ਤੋਂ? ਸਰ ਪਹਿਲਾਂ ਇੱਕ ਵਾਰ ਕੀਤੀ ਸੀ, ਉਹ 'ਚ ਬੈਂਡ ਉਹਨਾਂ ਦੇ ਸਿਰਫ 5 ਬੈਂਡ ਸੀਗੇ। ਉਸ ਤੋਂ ਬਾਅਦ ਮੈਂ ਫਿਰ ਕਰਾਈ, ਦੂਜੀ ਵਾਰ ਕਰਾਈ ਆ, ਉਹ 6 ਬੈਂਡ ਆਏ ਆ। ਤੀਜੀ ਵਾਰ ਜਦੋਂ ਕੀਤੀ ਆ, ਉਹ 6.5 ਬੈਂਡ ਆਏ, ਉਦੋਂ ਜਾ ਕੇ ਫਾਈਲ ਲੱਗੀ ਹੈ ਜੀ। ਉਹ ਕਹਿੰਦੇ ਅਸੀਂ ਖਰਚਾ ਕੀਤਾ, ਉਹ ਆਪਣੀਆਂ ਰਸੀਦਾਂ 'ਚ ਕੀ ਫਿਰਦੇ ਨੇ ਉੱਧਰ ਤੁਹਾਡੇ ਜਿਹੜਾ ਸਹੁਰਾ ਪਰਿਵਾਰ? ਸਰ ਮੇਰੇ ਕੋਲ ਰਸੀਦਾਂ ਸਾਰੀਆਂ ਨੇ, ਜਿੱਦਾਂ ਕਹਿੰਦੇ ਮੈਂ ਦਿਖਾ ਵੀ ਦਿੰਦਾ, ਮੇਰੇ ਕੋਲ ਟ੍ਰਾਂਜੈਕਸ਼ਨ ਰਸੀਦਾਂ ਨੇ ਸਾਰੀਆਂ ਨੇ। ਉਹ ਵੀ ਟ੍ਰਾਂਜੈਕਸ਼ਨ, ਉਹ ਕਹਿੰਦੇ ਅਸੀਂ ਤੁਹਾਡੇ ਅਕਾਊਂਟ 'ਚ ਕੁਝ ਪੈਸੇ ਉਹਨਾਂ ਨੇ ਦੇਖੋ, ਉਹ ਕਹਿੰਦੇ ਤੁਹਾਡੇ ਅਕਾਊਂਟ 'ਚ ਪੈਸੇ। ਸਰ ਜੀ ਉਹ ਜਿਹੜੇ ਪੈਸੇ ਉਹਨਾਂ ਨੇ ਸਾਡੇ ਅਕਾਊਂਟ 'ਚ ਪਾਏ ਆ, ਜਦੋਂ ਮੇਰਾ ਵਿਆਹ ਹੋਣ ਵਾਲਾ ਸੀਗਾ, ਉਹਨਾਂ ਦੀ ਮਾਲੀ ਹਾਲਤ ਬੜੀ ਖਰਾਬ ਸੀ। ਤੇ ਉਦੋਂ ਅਸੀਂ ਉਹਨਾਂ ਨੂੰ, ਸਾਡੇ ਦਿਲ 'ਚ ਤਾਂ ਕੋਈ ਇੱਦਾਂ ਦਾ ਹੈ ਨਹੀਂ ਸੀਗਾ ਕਿ ਅਸੀਂ ਰਸੀਦਾਂ ਰੱਖੀਏ ਆਪਣੇ ਕੋਲ, ਕਿਉਂਕਿ ਚਲੋ ਪਰਿਵਾਰ ਹੈ, ਮੇਰੇ ਵੀ ਇੱਕ ਹਿਸਾਬ ਦਾ ਪਰਿਵਾਰ ਹੀ ਮੇਰੇ ਮਾਪਿਓ ਨੇ। ਮੈਂ ਪਰ ਇੱਦਾਂ ਸੋਚਿਆ ਨਹੀਂ ਕਦੀ ਕਿ ਮੈਂ ਰਸੀਦਾਂ ਰੱਖਾਂ ਆਪਣੇ ਕੋਲ ਸਾਂਭ ਕੇ, ਜਦ ਕਿ ਮੇਰੇ ਮਨ 'ਚ ਇੱਦਾਂ ਤਾਂ ਕੋਈ ਹੈ ਨਹੀਂ ਸੀਗਾ। ਜਦੋਂ ਸਰ ਉਹਨਾਂ ਨੇ ਸਾਡੇ ਕੋਲ ਕੈਸ਼ ਪੇਮੈਂਟ ਲਿੱਤੀ ਆ, ਤੇ ਸਾਨੂੰ ਕਹਿੰਦੇ ਅਸੀਂ ਤੁਹਾਨੂੰ ਪੈਸੇ ਵਾਪਸ ਮੋੜ ਦਾਂਗੇ ਚੈੱਕ ਰਾਹੀਂ। ਤੇ ਸਰ ਉਹ ਚੈੱਕ ਜਿਹੜੇ ਉਹਨਾਂ ਨੇ ਸਾਡੇ ਪੇਮੈਂਟ ਪਾਈ ਆ, ਉਹ ਪੇਮੈਂਟ ਉਹਨਾਂ ਨੇ ਪਾਈ ਆ। ਜੇ ਉਹ ਵਾਪਸ ਆਉਂਦੇ ਨੇ, ਤੁਸੀਂ ਉਹਨਾਂ ਨੂੰ ਐਕਸੈਪਟ ਕਰਦੇ ਹੋ ਜਾਂ ਕੀ ਅੱਗੇ ਦੀ? ਸਰ ਜੀ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਮੈਨੂੰ ਮੇਰੀ ਬੱਚੇ ਦੀ ਮਾਂ ਚਾਹੀਦੀ ਆ, ਤੇ ਮੈਂ ਉਹਨੂੰ ਰੱਖਣ ਨੂੰ ਤਿਆਰ ਆ। ਬੰਦੇ ਕੋਲ ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਮੈਂ ਗਲਤੀਆਂ ਭੁਲਾਉਣ ਨੂੰ ਵੀ ਤਿਆਰ ਆ। ਤੇ ਮੈਂ ਕਦੇ ਥੱਪੜ ਨਹੀਂ ਮਾਰਿਆ, ਤੇ ਮੈਂ ਤਾਂ ਅੱਜ ਤੱਕ। ਕਿੱਦਾਂ ਭਾਜੀ ਰਿਲੇਸ਼ਨ ਕਿੱਦਾਂ ਲੱਗਿਆ, ਕਦੋਂ ਲੱਗਿਆ ਤੁਹਾਨੂੰ ਵੀ ਖਰਾਬ ਹੋ ਰਿਹਾ, ਜਾਂ ਉੱਥੇ ਕਿਸੇ ਹੋਰ ਨਾਲ ਸੰਬੰਧ ਉਹਨਾਂ ਦੇ ਹੋ ਗਏ ਆ? ਭਾਜੀ ਜਦੋਂ ਉਹਨੇ ਮੇਰੇ ਨਾਲ, ਜਦੋਂ ਆਹ ਗੱਲ ਹੋਈ ਲਾਸਟ ਤੇ, ਜਦੋਂ ਉਹਨੇ ਕਿਹਾ ਕਿ 16 ਸਤੰਬਰ ਨੂੰ ਸਾਡੀ 2019 'ਚ ਲਾਸਟ ਗੱਲ ਹੋਈ ਸੀ, ਤੇ ਉਦੋਂ ਪੇਪਰਾਂ ਦੀ ਗੱਲ ਹੀ ਕੀਤੀ ਸੀ ਦੁਬਾਰਾ। ਫਿਰ ਕਹਿੰਦੇ ਮੈਂ ਪੇਪਰ ਲਾ ਦਾਂਗੀ, ਪਰ ਮੈਨੂੰ ਟਾਈਮ ਦਿਓ, ਪਰ ਉਹ ਟਾਈਮ ਅਜੇ ਤੱਕ ਨਹੀਂ ਪੂਰਾ ਹੋਇਆ। ਉਸ ਤੋਂ ਬਾਅਦ ਸਾਨੂੰ ਮੇਰੇ ਸਹੁਰੇ ਪਰਿਵਾਰ ਦੇ ਨੋਨ 'ਚੋਂ ਹੀ ਮੈਨੂੰ ਇੱਕ ਮੈਸੇਜ ਆਉਂਦਾ, ਤੇ ਉਹਦੇ ਵਿੱਚ ਮੈਂ ਦੇਖਿਆ 2 ਫੋਟੋ ਆਈਆਂ ਮੈਨੂੰ। ਤੇ ਜਿਹੜੀ ਫੋਟੋ ਪਹਿਲੀ ਸੀਗੀ, ਉਹਦੇ ਵਿੱਚ ਮੁੰਡਾ ਨਾਲ ਖੜਾ, ਜਿਹਦਾ ਨਾਂ ਸੁਖਮਨ ਬੈਂਸ ਆ ਜੀ। ਤੇ ਦੂਜੀ ਫੋਟੋ ਤੁਸੀਂ ਜੇ ਬੇਸ਼ੱਕ ਤੁਸੀਂ ਫੋਟੋ ਦੇਖਣੀ ਆ, ਤੇ ਮੈਂ ਪੋਸਟ ਪਾਈ ਹੋਈ ਆ, ਮੇਰੀ ਇੰਸਟਾਗ੍ਰਾਮ 'ਤੇ ਪੋਸਟ ਪਈ ਹੋਈ ਆ।
ਤੇ ਮੇਰੀ ਫੇਸਬੁੱਕ ਤੇ ਪੋਸਟ ਚੱਲੀ ਹੈ ਤੇ ਉਹ ਫੋਰਹੈਡ ਤੇ ਕਿਸ ਕਰਦਾ ਹੈ ਮੁੰਡੇ ਦਾ ਜੀ। ਕੀ ਲੱਗਦਾ ਉਹੀ ਕਾਰਨ ਹੈ ਵੀ ਜਿਹਦੇ ਕਰਕੇ ਤੁਹਾਡੇ ਨਾਲ ਦੂਰੀਆਂ ਜਿਹੜੀਆਂ ਵੱਧ ਗਈਆਂ, ਮਾਂ ਜਿਹੜੀ ਆਪਣੀ ਬੱਚੀ ਦਾ ਪਿਆਰ ਜਿਹੜਾ ਭੁੱਲ ਗਈ? ਸਰ ਜੀ ਉਹੀ ਕਾਰਨ ਹੈ, ਇਹਨਾਂ ਦੇ ਵਿੱਚ ਸਾਰੇ ਵਿੱਚ ਮੇਰੇ ਸੱਸ ਸਹੁਰਾ ਦਾ ਪੂਰਾ ਹੱਥ ਆ ਜੀ। ਕਿਉਂਕਿ ਮੇਰੇ ਕੋਲ ਚੈਟ ਵੀ ਪਈ, ਜਿਸ ਚੈਟ 'ਚ ਉਹਨੇ ਦੱਸਿਆ ਹੈ ਕਿ ਮੇਰਾ ਅਪ੍ਰੈਲ ਦੇ ਵਿੱਚ ਮੇਰਾ ਮੰਗਣਾ ਹੋ ਗਿਆ ਉਸ ਮੁੰਡੇ ਨਾਲ ਤੇ ਸਾਡੀ ਜਲਦੀ ਹੀ ਸ਼ਾਦੀ ਹੈ। ਤੁਹਾਡਾ ਡਿਵੋਰਸ ਹੋਇਆ ਹਜੇ ਤੱਕ ਕਿ ਨਹੀਂ? ਨਹੀਂ ਸਰ, ਮੈਂ ਡਿਵੋਰਸ ਨਾ ਹੋਇਆ ਨਾ ਮੈਂ ਡਿਵੋਰਸ ਲੈਣਾ ਸਰ ਜੀ। ਤੁਸੀਂ ਪੁਲਿਸ ਤੱਕ ਪਹੁੰਚ ਕੀਤੀ, ਕਿਸੇ ਤਰ੍ਹਾਂ ਦੀ ਕੰਪਲੇਂਟ ਕੀਤੀ ਤੁਹਾਡੇ ਵੱਲੋਂ? ਸਰ ਜੀ ਮੈਂ ਕੰਪਲੇਂਟ ਕੀਤੀ, ਮੈਂ ਫੈਮਿਲੀ ਕੋਰਟ 'ਚ ਕੇਸ ਲਾਇਆ ਹੋਇਆ ਸਰ ਜੀ। ਤੇ ਇਹਨਾਂ ਨੇ ਸਗੋਂ ਸਾਡੇ ਖਿਲਾਫ 2 ਕੰਪਲੇਂਟਾਂ ਪਾਈਆਂ ਸੀਗੇ। ਇੱਕ ਕੰਪਲੇਂਟ ਇਹਨਾਂ ਨੇ ਜਦ ਕਿ ਵਾਪਸ ਲੈ ਲਈ ਹੈ। ਜੇ ਅਸੀਂ ਮਾੜੇ ਹੁੰਦੇ ਤਾਂ ਇਹ ਵਾਪਸ ਕਿਉਂ ਲੈਂਦੇ ਕੰਪਲੇਂਟ, ਦੱਸੋ ਸਰ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਰਿੰਦਰ ਕੌਰ। ਅੱਛਾ, ਬੇਟੇ ਦਾ ਨਾਮ ਕੀ ਹੈ ਤੇ ਬੇਟੀ ਦਾ ਨੂੰਹ ਦਾ ਨਾਮ ਕੀ ਹੈ ਤੁਹਾਡੀ? ਮੇਰੇ ਬੇਟੇ ਦਾ ਨਾਮ ਹਰਵਿੰਦਰ ਸਿੰਘ ਔਰ ਬੇਟੀ ਦਾ ਨਾਮ ਹੈਗਾ ਮਤਲਬ ਨੂੰਹ ਦਾ ਮੇਰੀ ਦਾ ਨਾਮ ਹੈਗਾ ਸਿਮਰਨਜੋਤ ਕੌਰ। ਅੱਛਾ, ਕਦੋਂ ਵਿਆਹ ਹੋਇਆ ਸੀ? ਕਦੋਂ ਸਿਮਰਨਜੋਤ ਤੁਹਾਡੇ ਘਰੇ ਆਈ ਤੇ ਉਸ ਤੋਂ ਬਾਅਦ ਕਦੋਂ ਕੈਨੇਡਾ ਚਲ ਗਈ, ਉਹਦੇ ਬਾਰੇ ਥੋੜਾ ਜਿਹਾ ਦੱਸੋਗੇ? 19 ਮਾਰਚ 2017 ਚ ਹੋਇਆ ਸੀਗਾ ਵਿਆਹ ਉਹਦਾ। ਔਰ ਮੇਰਾ ਬੇਟੀ ਆ ਗਈ, ਇਹਦਾ ਮਤਲਬ ਇਹਦਾ ਜਨਮ ਹੋ ਗਿਆ ਸਾਲ ਬਾਅਦ ਹੀ, ਸਾਲ ਤੋਂ ਪਹਿਲੇ ਹੀ ਹੋ ਗਿਆ ਜਾਨੀ। ਇਹਦਾ ਹੈਗਾ 5/1/2018 ਚ ਬੇਟੀ ਆ ਗਈ। ਉਸ ਤੋਂ ਬਾਅਦ ਮੇਰੇ ਕੋਲ 6-7 ਮਹੀਨੇ ਦੀ ਸੀਗੀ, ਫਿਰ ਸ਼ੁਰੂਆਤ ਹੋ ਗਈ ਫਿਰ ਬਾਹਰ ਦੇ ਫਿਰ ਚੱਕਰਾਂ 'ਚ। ਜਦੋਂ ਜਾਣਾ ਬੱਚੇ ਨੇ ਉਦੋਂ ਹੀ ਆ ਕੇ ਮੈਨੂੰ ਕਹਿਣਾ ਕਿ ਮੇਰੇ ਸਹੁਰੇ ਕਹਿੰਦੇ ਆ ਮੰਮੀ ਬਾਹਰ ਦਾ ਬਣਾਓ, ਤੇ ਮੈਂ ਕਹਿਣਾ ਬੱਚਾ ਛੋਟਾ ਵੇ ਨਹੀਂ ਵੀ ਇੱਥੇ ਤੁਹਾਡੀ ਲਾਈਫ ਸੈੱਟ ਆ, ਕੀ ਕਰਨਾ ਬਾਹਰ ਜਾ ਕੇ ਤੁਸੀਂ। ਪਰ ਚਲੋ ਬੱਚਿਆਂ ਦੀ ਖੁਸ਼ੀ ਲਈ ਇਹ ਵੀ ਸਭ ਕੁਝ ਕਰ ਦਿੱਤਾ ਵੇ। ਤੇ ਕਿੰਨਾ ਕੁ ਖਰਚਾ ਆਇਆ ਸੀ ਉਦੋਂ ਕੈਨੇਡਾ ਭੇਜਣ ਦੀ? ਸਰ ਕੈਨੇਡਾ ਭੇਜਣ ਦਾ ਖਰਚਾ ਲੱਗ ਗਿਆ 25 ਕੁ ਲੱਖ ਦੇ ਕਰੀਬ। ਸਾਰਾ ਖਰਚਾ ਤੁਸੀਂ ਕੀਤਾ ਜਾਂ ਉਹਨਾਂ ਨੇ ਵੀ ਕੁਝ ਖਰਚਾ ਜਿਹੜਾ ਕੀਤਾ ਜੀ? ਨਹੀਂ ਸਾਰਾ ਖਰਚਾ ਸਰ ਰਹਿੰਦੀ ਇੱਥੇ ਸੀਗੀ ਸਾਡੇ ਕੋਲ, ਖਰਚਾ ਵੀ ਤਾਂ ਅਸੀਂ ਕਰਨਾ ਸੀਗਾ ਉਹਦਾ। ਸ਼ੁਰੂ ਤੋਂ ਲੈ ਕੇ ਆਈਲੈਟਸ ਕਰਾਈ ਉਹਨੂੰ, ਪੀਡੀਏ ਦੇ ਪੇਪਰ ਤੱਕ ਸਭ ਕੁਝ ਮੇਰੇ ਕੋਲੋਂ। ਉਹਨੂੰ ਜੇ ਮੇਰੇ ਸਾਹਮਣੇ ਹੋਵੇ ਤਾਂ ਮੈਂ ਤੁਹਾਡੀ ਗੱਲ ਕਰਾਵਾਂ ਉਹਦੇ ਨਾਲ, ਸਭ ਕੁਝ ਇੱਥੋਂ ਹੀ ਕਰਦੀ ਸੀ। ਕਦੋਂ ਤੱਕ ਫੋਨ ਤੇ ਤੁਹਾਡੇ ਨਾਲ ਸੰਪਰਕ ਕਰਦੇ ਰਹੇ ਤੇ ਕਦੋਂ ਹੁਣ ਟੁੱਟਿਆ? ਹੁਣ ਗੱਲ ਕਰਦੇ ਆ ਫੋਨ ਤੇ? ਨਹੀਂ ਸਰ, ਕਦੋਂ ਤੱਕ ਗੱਲ ਕਰਦੇ ਰਹੇ? 6-7 ਮਹੀਨੇ ਤਾਂ ਬਹੁਤ ਵਧੀਆ ਗੱਲ ਕਰਦੀ ਸੀਗੀ, ਵੀ ਜਿੱਦਾਂ ਆਮ ਰੂਟੀਨ 'ਚ ਸਵੇਰੇ ਵੀ ਸ਼ਾਮੀ ਵੀ ਗੱਲ ਹੁੰਦੀ ਸੀਗੀ ਸਾਡੀ। ਔਰ ਬੇਟੀ ਨਾਲ ਵੀ ਮੈਂ ਗੱਲ ਕਰਾਉਂਦੀ ਸੀਗੀ, ਕਿਉਂਕਿ ਚਲੋ ਉਹ ਤਾਂ ਛੋਟੀ ਸੀਗੀ, ਉਹਨੂੰ ਸਮਝ ਨਹੀਂ ਸੀ ਹੈਗੀ। ਸਿਰਫ ਫੋਟੋ ਦੇਖ ਕੇ ਤਾਂ ਗੱਲ ਕਰਦੀ ਸੀਗੀ, ਉਹਨੂੰ ਬਹੁਤੀਆਂ ਗੱਲਾਂ ਤਾਂ ਆਉਂਦੀਆਂ ਨਹੀਂ ਸੀ ਉਦੋਂ, ਠੀਕ ਹੈ, ਕਰਦੀ ਸੀਗੀ ਗੱਲ। ਤੇ ਕਈ ਵਾਰੀ ਸੋ ਮੈਨੂੰ ਮੇਰੇ ਨਾਲ ਤਾਂ ਉਹਦਾ ਪਿਆਰ ਕਾਫੀ ਸੀਗਾ, ਪਰ ਹੁਣ ਜੋ ਹਾਲਾਤ ਬਣ ਗਏ ਆ ਉਹਨਾਂ ਜੋ ਮਰਜ਼ੀ ਕੋਈ ਕਹਿ ਸਕਦਾ। ਬਹੁਤ ਅੱਛੀ ਤਰ੍ਹਾਂ ਰਹੀ ਉਹ ਇੱਥੇ। ਤੇ ਕਦੇ ਉਹ ਤੁਹਾਡੇ ਜਿਹੜੇ ਕੁੜਮ ਵਾਲੇ ਪਰਿਵਾਰ 'ਚ ਹੈਗਾ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ? ਕੋਈ ਉਹਨਾਂ ਨਾਲ ਕੋਈ ਕੁੜੀ ਨੂੰ ਵਾਪਸ ਲਿਆਉਣ ਦੀ ਗੱਲਬਾਤ ਤੁਹਾਡੀ ਨਾਲ ਹੋਈ ਹੈ? ਵੀ ਜਦੋਂ ਬਾਹਰ ਗਈ ਹੈ ਜਿਹੜੇ ਕੁੜੀ ਦੇ ਪਰਿਵਾਰਕ ਮੈਂਬਰ ਹੈਗੇ ਆ ਬਾਹਰ ਜਾਣ ਤੋਂ ਬਾਅਦ ਜਦੋਂ ਤੁਹਾਡੇ ਨਹੀਂ ਸਰ, ਉਹਨਾਂ ਨੇ ਤਾਂ ਜਿੱਦਾਂ ਉਹਨੂੰ ਅਸੀਂ 에ਅਰਪੋਰਟ ਛੱਡ ਆਏ ਤੇ ਸਾਰੇ ਰਿਸ਼ਤੇ ਹੀ ਜਿਵੇਂ ਸਾਡੇ ਚਲੇ ਗਏ ਉਹਦੇ ਨਾਲ ਹੀ। ਉਹਨਾਂ ਨੇ ਕਦੀ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ। ਈਵਨ ਕਿ ਅਸੀਂ ਗਏ ਸੀਗੇ ਜਦੋਂ ਉਹਨੇ ਬਲੌਗ 'ਚ ਨੰਬਰ ਪਾਇਆ ਨਾ ਸਾਡਾ, ਤੇ ਉਹਦੇ ਦਾਦਾ ਜੀ ਕੋਲ ਮੈਂ ਸਪੈਸ਼ਲ ਬੇਟੀ ਨੂੰ ਨਾਲ ਲੈ ਕੇ, ਆਪਣੇ ਬੇਟੇ ਨੂੰ ਨਾਲ ਲੈ ਕੇ, ਤੇ ਉਹਨਾਂ ਦਾ ਨਾਮ ਹੈ ਤਾਰਾ ਸਿੰਘ, ਮਾਛੀਆਂ ਕਲਾਂ ਪਿੰਡ ਹੈ ਇਸ ਤੋਂ ਅੱਗੇ ਜਾ ਕੇ। ਤੇ ਉੱਥੇ ਫਿਰ ਮੇਰਾ ਇੱਕ ਨਣਦੋਈਆ ਵੀ ਰਹਿੰਦਾ, ਨਨਾਣ ਵੀ ਰਹਿੰਦੀ ਹੈ, ਉਹਨਾਂ ਨੂੰ ਨਾਲ ਲੈ ਕੇ ਮੈਂ ਗਈ ਕਿ ਵੀ ਇਸ ਬੱਚੀ ਨਾਲ ਗੱਲ ਕਰਾਓ। ਬਹੁਤ ਜ਼ਿਆਦਾ ਅਸੀਂ ਪਰੇਸ਼ਾਨ ਹਾਂ, ਨਾ ਬੇਟੇ ਨਾਲ ਗੱਲ ਕਰਦੀ ਨਾ ਮੈਂ ਆਪਣੀ ਬੇਟੀ ਨਾਲ ਗੱਲ ਕਰਦੀ ਹੈ, ਕਿਉਂਕਿ ਚਲੋ ਸਾਡੇ ਤੋਂ ਮੰਨ ਲਓ ਵੀ ਕੋਈ ਉਹਨੂੰ ਹੋਣਾ, ਬੱਚੀ ਨਾਲ ਤਾਂ ਉਹਦਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ। ਕਿੰਨੇ ਸਾਲ ਦੀ ਸੀ ਬੱਚੀ ਜਦੋਂ ਛੱਡ ਕੇ ਚਲੇ ਗਏ ਸੀਗੇ? ਪੌਣੇ ਕੁ 2 ਸਾਲ ਲਗਾ ਲਓ, ਯਾਨੀ ਕਿ ਉਹ ਦਸੰਬਰ 18 ਨੂੰ ਉਹਨੂੰ ਅਸੀਂ ਭੇਜਿਆ ਵੇ, ਤੇ ਇਹਦਾ 5 ਜਨਵਰੀ ਨੂੰ ਇਹਦਾ ਬਰਥ ਸੀਗਾ, ਯਾਨੀ ਕਿ 11 ਕੁ ਮਹੀਨੇ ਲਾ ਲਓ, ਇਹਦਾ ਮਤਲਬ 1 ਸਾਲ 11 ਮਹੀਨੇ ਦੀ ਸੀਗੀ। ਉੱਥੇ ਕੀ ਉਹਨਾਂ ਦਾ ਕਿਤੇ ਹੋਰ ਰਿਲੇਸ਼ਨ ਬਣ ਗਿਆ ਜਾਂ ਕਿਸੇ ਹੋਰ ਨਾਲ ਰਹਿੰਦੇ ਜਿਸ ਕਰਕੇ ਜਿਹੜਾ ਤੁਹਾਡੇ ਤੋਂ ਦੂਰੀਆਂ ਵੱਧ ਗਈਆਂ? ਇਹਦੇ ਬਾਰੇ ਹਾਂਜੀ ਉਹ ਸਰ ਉਹ ਤਾਂ ਸ਼ੱਕ ਪੈ ਹੀ ਗਿਆ ਕਿ ਸਾਨੂੰ, ਪਰ ਸਾਡੇ ਕੋਲ ਕੋਈ ਪ੍ਰੂਫ ਨਹੀਂ ਸੀਗਾ ਉਸ ਟਾਈਮ, ਕਿਉਂਕਿ ਜਦੋਂ ਅਵਾਇਡ ਕਰਨਾ ਬੱਚਾ ਸ਼ੁਰੂ ਕਰ ਦੇਵੇ, ਪਹਿਲੇ ਬਹੁਤ ਸੋਹਣੀ ਗੱਲ ਕਰਦੀ ਸੀ, ਫਿਰ ਗੱਲ ਤੇ ਅਵਾਇਡ ਕਰ ਦਿੰਦੀ ਸੀ। ਕਦੀ ਕਹਿੰਦੇ ਸੀ ਮੈਂ ਬਾਹਰ ਆ, ਮੈਂ ਕੰਮ ਤੇ ਆ, ਅੱਜ ਮੈਂ ਇੱਥੇ ਬਿਜੀ ਸੀਗੀ, ਅੱਜ ਮੈਂ ਇੱਥੇ ਬਿਜੀ ਸੀਗੀ। ਤੇ ਜਦੋਂ ਜਿਹੜਾ ਬੱਚਾ ਪਹਿਲੇ ਗੱਲ ਕਰਦਾ ਹੋਵੇ ਇੱਕਦਮ ਅਵਾਇਡ ਕਰੇ, ਫੀਲ ਤਾਂ ਹੁੰਦਾ ਹੀ ਹੈ। ਤੇ ਤੁਹਾਡੀ ਤੁਸੀਂ ਪੁਲਿਸ ਤੱਕ ਜਾਂ ਅਦਾਲਤਾਂ ਤੱਕ ਕੋਈ ਪਹੁੰਚ ਕੀਤੀ? ਹਾਂਜੀ ਸਰ, ਸਾਰਾ ਸਾਡਾ ਚੱਲ ਰਿਹਾ। ਅਸੀਂ ਉਹਨਾਂ ਦੀ ਮਿੰਨਤਾਂ ਬਹੁਤ ਕੀਤੀਆਂ, ਉਸ ਤੋਂ ਬਾਅਦ ਫਿਰ ਅਸੀਂ ਮਤਲਬ ਕੰਪਲੇਂਟ ਕੀਤੀ ਹੈ। ਜਦੋਂ ਕੋਈ ਵੀ ਸਾਡਾ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਡੇ ਜਣੇ। ਕੀ ਚਾਹੁੰਦੇ ਹੁਣ ਤੁਸੀਂ ਵੀ ਤੁਹਾਡੀ ਜਿਹੜੀ ਨੂੰਹ ਆ ਉਹ ਘਰ ਤੁਹਾਡੇ ਵਾਪਸ ਆਵੇ ਜਾਂ ਹਾਂਜੀ ਸਰ, ਮੈਂ ਤਾਂ ਕਹਿੰਦੀ ਆਪਣੇ ਘਰ ਆਵੇ, ਆਪਣੀ ਬੇਟੀ ਨੂੰ ਸੰਭਾਲੇ। ਮੈਂ ਹੁਣ ਇਹ ਹੋ ਗਈ ਵੱਡੀ ਹੈ ਤੇ ਸਵਾਲਾਂ ਦੇ ਜਵਾਬ ਸਰ ਮੇਰੇ ਕੋਲ ਨਹੀਂ ਹੈਗੇ। ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੇਰੀ ਹਾਲਤ, ਮੈਂ ਕਿਸੇ ਨੂੰ ਕੀ ਸਮਝਾਵਾਂ। ਮੈਂ ਕਈ ਤਾਂ ਮੇਰਾ ਮਜ਼ਾਕ ਉਡਾਉਂਦੇ ਨੇ, ਪਰ ਲੇਕਿਨ ਜੋ ਮੈਂ ਜਾਣਦੀ ਹਾਂ ਜਾਂ ਮੇਰਾ ਵਾਹਿਗੁਰੂ ਜਾਣਦਾ, ਜੋ ਦਰਦ ਮੈਂ ਹੰਢਾ ਰਹੀ ਹਾਂ ਇਸ ਬੱਚੇ ਲਈ।
ਬੱਚਾ ਯਾਦ ਕਰਦਾ ਜੀ, ਬੱਚਾ ਰੋਂਦਾ ਹੈ ਮੰਮੀ ਨੂੰ ਯਾਦ ਕਰਕੇ? ਬੱਚਾ ਹਾਂਜੀ ਬਹੁਤ ਯਾਦ ਕਰਦੀ ਹੈ, ਉਹਦਾ ਸਮਾਨ ਚੱਕ ਲੈਂਦੀ ਹੈ। ਅੱਜ ਵੀ ਉਹਦੀ ਚੂੜੀ ਦੇਖੋ, ਮੈਂ ਹਜੇ ਵੀ ਰੱਖੀ ਹੋਈ ਚੂੜੀ, ਹੁਣੇ ਤੁਸੀਂ ਪੁੱਛ ਸਕਦੇ ਹੋ ਉਹਨੂੰ। ਚੂੜੀ ਚੱਕ ਕੇ ਕਹਿੰਦੀ ਸੀ ਸਿਮਰਨ ਮੰਮਾ ਦੀ ਚੂੜੀ ਹੈ। ਮੈਂ ਕਹਿੰਦੀ ਨਹੀਂ ਸਿਮਰਨ ਮੰਮਾ ਦੀ ਨਹੀਂ, ਕਹਿੰਦੀ ਨਹੀਂ ਦਾਦੀ ਮੰਮਾ ਸਿਮਰਨ ਮੰਮਾ ਦੀ ਹੈ। ਉਹ ਬੱਚੇ ਨੂੰ ਕੀ ਮੈਂ ਸਮਝਾਵਾਂ। 2 ਸਾਲ ਦਾ ਬੱਚਾ ਜਿਹੜਾ ਹੁੰਦਾ ਬਹੁਤ ਘੱਟ ਉਮਰ ਹੁੰਦੀ ਹੈ ਜਦੋਂ ਮਾਂ ਛੱਡ ਕੇ ਚਲੀ ਗਈ। ਮਾਂ ਦਾ ਪਿਆਰ ਕਹਿੰਦੇ ਵੀ ਮਾਂ ਹੀ ਦੇ ਸਕਦੀ ਹੈ ਇੱਕ, ਪਰ ਮਾਂ ਨੇ ਪਿਆਰ ਨਹੀਂ ਦਿੱਤਾ। ਉਹ ਤੁਸੀਂ ਆਪ ਉਹ ਪਾਲਿਆ ਮੈਂ ਬੱਚੇ ਨੂੰ। ਉਹਦਾ ਫਰਜ਼ ਮੈਂ ਨਿਭਾ ਰਹੀ ਹਾਂ। ਮੈਨੂੰ ਕਹਿੰਦੀ ਸੀ ਕਿ ਮੰਮੀ ਤੁਸੀਂ ਰੱਖੋ ਮੇਰੀ ਬੇਟੀ ਨੂੰ, ਮੈਂ 3 ਮਹੀਨੇ ਬਾਅਦ ਇਹਨੂੰ ਬੁਲਾ ਲੂੰਗੀ। ਤੇ ਮੈਂ ਕਿਹਾ ਸੀ ਸਿਮਰਨ ਮੇਰੇ ਹੱਥ ਜੋੜ ਕੇ ਤੇਰੇ ਅੱਗੇ ਰਿਕੁਐਸਟ, ਜਦੋਂ ਜਾਣ ਲੱਗੀ ਸੀ ਮੈਂ ਉਦੋਂ ਵੀ ਉਹਨੂੰ ਰਿਕੁਐਸਟ ਕੀਤੀ ਸੀ। ਮੈਂ ਕਿਹਾ 3 ਮਹੀਨੇ ਬਾਅਦ ਇਹਨੂੰ ਬੁਲਾ ਲਈ, ਜ਼ਿਆਦਾ ਦੇਰ ਬੱਚੇ ਮਾਂ ਤੋਂ ਦੂਰ ਨਹੀਂ ਰਹਿ ਸਕਦੇ। ਕਹਿੰਦੀ ਸੀ ਨਹੀਂ ਮੰਮੀ ਮੈਂ ਬੁਲਾ ਲੂੰਗੀ ਇਹਨੂੰ। ਕਿਤੇ ਨਾ ਕਿਤੇ ਉਹਨਾਂ ਦਾ ਪਰਿਵਾਰ ਕਹਿ ਰਿਹਾ ਵੀ ਉਹਨਾਂ ਨੇ ਖਰਚਾ ਕੀਤਾ, ਸਾਰਾ ਹੀ ਖਰਚਾ ਉਹਨਾਂ ਨੇ ਕੀਤਾ। ਸਰ ਮੈਂ ਤੁਹਾਨੂੰ ਸਾਰਾ ਕੁਝ ਤੁਹਾਨੂੰ ਸਭ ਕੁਝ ਦਿਖਾ ਸਕਦੇ ਹਾਂ ਅਸੀਂ ਵੀ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਜਿਹੜੇ ਪੈਸੇ ਉਹਨਾਂ ਦੇ ਸਾਂਢੂ ਨੇ ਲਏ ਆ, ਠੀਕ ਹੈ, ਮੇਰੇ ਬੇਟੇ ਦੇ ਸਾਂਢੂ ਨੂੰ 5 ਲੱਖ ਰੁਪਈਆ ਘਰ ਜਾ ਕੇ ਦੇ ਕੇ ਆਏ ਆ। ਸੁਰਿੰਦਰ ਸਿੰਘ ਗੋਗੀ ਹੈਗੇ ਆ ਵਿਚੋਲਾ ਸਾਹਿਬ, ਤੁਸੀਂ ਉਹਨਾਂ ਨੂੰ ਫੋਨ ਲਗਾ ਕੇ ਪੁੱਛ ਸਕਦੇ ਹੋ। ਮੈਂ ਕੋਈ ਇਹਦੇ ਵਿੱਚ ਕੋਈ ਹੈ ਨਹੀਂ, ਉਹ ਤੁਹਾਨੂੰ ਦੱਸ ਸਕਦੇ ਆ। ਬੇਟੇ ਦੀ ਕੀ ਹਾਲਤ ਹੈ ਇਸ ਟਾਈਮ? ਬੇਟਾ ਮੇਰਾ ਮੈਨੂੰ ਪਤਾ ਜਿੱਦਾਂ ਮੈਨੂੰ ਸੰਭਾਲਿਆ ਬਹੁਤ ਜ਼ਿਆਦਾ, ਉਹ ਕਿਉਂਕਿ ਉਹਨੂੰ ਪਿਆਰ ਇੰਨਾ ਜ਼ਿਆਦਾ ਕਰਦਾ ਸੀ ਨਾ, ਇੱਕ ਹੱਦ ਹੁੰਦੀ ਨਾ ਉਸ ਤੋਂ ਵੀ ਜ਼ਿਆਦਾ। ਸਿਮਰਨ ਦੇ ਬਿਨਾਂ ਉਹ ਰਹਿੰਦਾ ਨਹੀਂ ਸੀਗਾ। ਹੁਣ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਮੈਂ ਤਾਂ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੀ ਹਾਂ ਕਿ ਇਹਦੀ ਬੇਟੀ ਦੀ ਮੰਮੀ ਵਾਪਸ ਆਉਣੀ ਚਾਹੀਦੀ।